14 ਮਾਰਚ ਨੂੰ ਨਾਨਕਸ਼ਾਹੀ ਕੈਲੰਡਰ ਮੁਤਾਬਕ ਨਾਨਕਸ਼ਾਹੀ ਨਵਾਂ ਸਾਲ ਪ੍ਰਾਰੰਭ ਹੋਵੇਗਾ। ਉਸ ਦੇ ਸੰਬੰਧ ਵਿੱਚ ਆਪਾਂ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤ ਬਾਣੀ 12 ਮਾਹ ਜੋ ਤੁਖਾਰੀ ਰਾਗ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨਾ ਨੰਬਰ 1107 ਤੋਂ ਆਰੰਭ ਹੋ ਕੇ 1109 'ਤੇ ਸੰਪੂਰਨ ਹੁੰਦੀ ਏ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਗਲੇ ਐਤਵਾਰ ਤੱਕ ਆਪਾਂ ਇਸ ਲੜੀ ਨੂੰ ਜਾਰੀ ਰੱਖਾਂਗੇ ਤੇ ਉਸ ਤੋਂ ਅੱਗੇ ਫਿਰ ਹਰ ਮਹੀਨੇ ਵਾਲਾ ਸ਼ਬਦ ਸਮਝਿਆ ਕਰਾਂਗੇ। ਵੈਸੇ ਗੁਰੂ ਸਾਹਿਬ ਜੀ ਨੇ ਸਾਨੂੰ ਕੋਈ ਦਿਨ, ਮਹੀਨੇ, ਸਾਲ, ਤਿੱਥਾਂ, ਵਾਰ ਮਨਾਉਣ ਵਾਸਤੇ ਬਿਲਕੁਲ ਨਹੀਂ ਆਖਿਆ, ਲੇਕਿਨ ਉਹਨਾਂ ਦਾ ਇਹ ਵਿਚਾਰ ਏ ਕਿ ਤੁਸੀਂ ਗੁਰਬਾਣੀ ਨਾਲ ਜੁੜੋ, ਸ਼ਬਦ ਨਾਲ ਜੁੜੋ। ਸ਼ਬਦ ਗੁਰਬਾਣੀ ਨਾਲ ਜੁੜ ਕੇ ਗੁਰੂ ਜੀ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਸਾਰੇ ਸਾਲ, ਸਾਰੇ ਮਹੀਨੇ, ਸਾਰੀਆਂ ਘੜੀਆਂ, ਪਲ ਤੁਸੀਂ ਚੰਗੇ ਬਣਾ ਸਕਦੇ ਹੋ, ਸਫਲ ਬਣਾ ਸਕਦੇ ਹੋ। ਗੁਰੂ ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਲਿਖੇ, ਮਾਹ ਦਿਵਸ ਮੂਰਤ ਭਲੇ, ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸ ਦਾਨ, ਕਿਰਪਾ ਕਰੋ ਹਰੇ। ਹੇ ਵਾਹਿਗੁਰੂ ਜੀ, ਮੈਂ ਤੁਹਾਡੇ ਤੋਂ ਤੁਹਾਡੇ ਦਰਸ਼ਨਾਂ ਦੀ ਦਾਤ ਮੰਗਦਾ ਹਾਂ। ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣਾ ਦਰਸ਼ਨ ਬਖਸ਼ੋ। ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਦਰਸ਼ਨ ਦਿੰਦਾ ਹੈ, ਆਪਣੇ ਨਾਲ ਟੁੱਟੀ ਹੋਈ ਸੁਰਤ ਨੂੰ ਜੋੜਦਾ ਹੈ, ਆਪਣੀ ਨੇੜਤਾ ਬਖਸ਼ਿਸ਼ ਕਰਦਾ ਹੈ, ਉਸ ਮਨੁੱਖ ਵਾਸਤੇ ਸਾਰੇ ਸਾਲ, ਸਾਰੇ ਮਹੀਨੇ, ਸਾਰੀਆਂ ਘੜੀਆਂ ਤੇ ਪਲ ਸਫਲ ਹੋ ਜਾਂਦੀਆਂ ਨੇ। ਸੋ ਆਪਾਂ ਕੋਸ਼ਿਸ਼ ਇਹ ਕਰਨੀ ਹੈ, ਕੇਵਲ ਦਿਨ ਤਿਉਹਾਰ ਮਨਾਉਣੇ ਨਹੀਂ ਹਨ, ਇਹ ਕੋਈ ਸਾਡੇ ਨਾਲ ਰੁੱਸੇ ਨਹੀਂ ਹੋਏ, ਸਗੋਂ ਇਹਨਾਂ ਸਮਿਆਂ 'ਤੇ ਅਸੀਂ ਗੁਰੂ ਸਾਹਿਬ ਦੀ ਬਾਣੀ ਨਾਲ ਜੁੜਨਾ, ਚੰਗੀਆਂ ਵਿਚਾਰਾਂ ਨਾਲ ਜੁੜਨਾ ਤੇ ਆਪਣੇ ਜੀਵਨ ਨੂੰ ਹੋਰ ਚੰਗਾ ਬਣਾਉਣਾ, ਇਹ ਸਾਡਾ ਮਨੋਰਥ ਹੋਣਾ ਚਾਹੀਦਾ ਹੈ। ਪਿਛਲੀ ਕਥਾ ਵਿੱਚ ਆਪਾਂ ਜੋ ਭੂਮਿਕਾ ਦੇ ਅੰਦਰ ਗੁਰੂ ਨਾਨਕ ਸਾਹਿਬ ਨੇ 4 ਸ਼ਬਦ ਰੱਖੇ ਨੇ, 4 ਆਪਾਂ ਪੌੜੀਆਂ ਆਖ ਸਕਦੇ ਹਾਂ। ਦੂਸਰੀ ਪੌੜੀ ਆਪਾਂ ਸਮਝੀ ਸੀ, ਜਿਸ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਬਚਨ ਸਾਨੂੰ ਸਮਝਾ ਰਹੇ ਸਨ। 2 ਉਦਾਹਰਨਾਂ ਲੈ ਕੇ, ਇੱਕ ਬਬੀਹੇ ਦੀ ਤੇ ਇੱਕ ਕੋਇਲ ਦੀ। ਉਹ ਕਹਿੰਦੇ ਸਨ, ਜਿਸ ਤਰ੍ਹਾਂ ਇੱਕ ਸਵਾਂਤੀ ਬੂੰਦ ਵਾਸਤੇ ਬਬੀਹਾ ਆਕਾਸ਼ ਵਿੱਚ ਪ੍ਰਿਓ ਕਰਦਾ ਹੈ, ਜਿਸ ਤੋਂ ਭਾਵ ਇਹ ਹੈ ਕਿ ਜਿਸ ਤਰ੍ਹਾਂ ਇਹ ਪੰਛੀ ਇੱਕ ਸਵਾਂਤੀ ਬੂੰਦ ਲਈ ਸਾਰੀ ਰਾਤ ਜਾਗ ਕੇ ਆਕਾਸ਼ ਵਿੱਚ ਉਡਾਰੀਆਂ ਮਾਰਦਾ ਹੋਇਆ ਕੁਦਰਤ ਕੋਲੋਂ ਮੰਗ ਕਰਦਾ ਹੈ ਕਿ ਮੈਨੂੰ ਇੱਕੋ ਬੂੰਦ ਦਿਓ, ਜਿਸ ਦੇ ਪੀਣ ਨਾਲ ਮੇਰੀ ਪਿਆਸ ਬੁਝ ਜਾਏ। ਇਸ ਤਰ੍ਹਾਂ ਇਹ ਮਨੁੱਖ, ਤੈਨੂੰ ਵੀ ਚਾਹੀਦਾ ਹੈ ਕਿ ਤੂੰ ਸਦਾ ਹੀ ਪ੍ਰਮਾਤਮਾ ਦੀ ਯਾਦ ਵਿੱਚ ਬਬੀਹੇ ਵਾਂਗੂ ਪ੍ਰਿਓ ਕਰਦਾ ਰਹੇ। ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਕੇਸੋ ਕੂਕੀਐ, ਨਾ ਸੋਈਐ ਆਸਾਰ। ਉਸ ਮਾਲਕ ਨੂੰ ਵਿਸਾਰ ਕੇ
ਕਦੇ ਗਫਲਤ ਦੀ ਨੀਂਦ ਵਿੱਚ ਸੌਣਾ ਨਹੀਂ ਚਾਹੀਦਾ। ਰਾਤ ਦਿਵਸ ਕੇ ਕੂਕਣੇ ਕਬਹੂ ਕੈ ਸੁਣੈ ਪੁਕਾਰ। ਦਿਨੇ ਰਾਤ ਇਸ ਤਰ੍ਹਾਂ ਕੂਕਦੇ ਰਹਾਂਗੇ, ਪੁਕਾਰਾਂ ਕਰਦੇ ਰਹਾਂਗੇ, ਅਰਦਾਸਾਂ ਕਰਦੇ ਰਹਾਂਗੇ, ਉਹ ਕਦੇ ਨਾ ਕਦੇ ਇਸ ਜੀਵ ਰੂਪ ਪਪੀਹੇ ਦੀ ਅਰਦਾਸ ਜ਼ਰੂਰ ਸੁਣ ਲਵੇਗਾ। ਉਹਨਾਂ ਦੂਸਰੀ ਉਦਾਹਰਨ ਕੋਇਲ ਦੀ ਲਈ ਸੀ। ਜਦੋਂ ਕੋਇਲ ਆਪਣੇ ਰੰਗ ਵਿੱਚ ਰੱਤੀ ਹੋਈ ਕੂ ਕੂ ਦੀ ਆਵਾਜ਼ ਕਰਦੀ ਏ ਤੇ ਉਹਦੀ ਜੇ ਅਸੀਂ ਬੜੇ ਧਿਆਨ ਨਾਲ ਬੈਠ ਕੇ ਆਵਾਜ਼ ਨੂੰ ਸੁਣੀਏ ਤੇ ਉਹਦੀ ਆਵਾਜ਼ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਦੇ ਅੰਦਰੋਂ ਇੱਕ ਹੂਕ ਨਿਕਲਦੀ ਏ, ਜਿਵੇਂ ਉਹ ਕਿਸੇ ਨਾਲੋਂ ਵਿਛੜ ਗਈ ਹੋਵੇ ਤੇ ਉਹਨੂੰ ਮਿਲਣ ਲਈ ਉਹ ਤਰਲਾ ਲੈ ਰਹੀ ਹੋਵੇ, ਦਿਲੋਂ ਅੰਦਰੋਂ ਹਿਰਦੇ ਤੋਂ ਆਵਾਜ਼ ਨਿਕਲ ਰਹੀ ਹੋਵੇ। ਉਸ ਦੀ ਉਦਾਹਰਨ ਲੈ ਕੇ ਸਤਿਗੁਰੂ ਜੀ ਨੇ ਸਾਨੂੰ ਸਮਝਾਇਆ ਕਿ ਸਿੱਖਾ ਜਿਵੇਂ ਬਬੀਹਾ ਪ੍ਰਿਓ ਕਰਦਾ ਹੈ, ਕੁਦਰਤ ਅੱਗੇ ਅਰਦਾਸ ਕਰਦਾ ਹੈ, ਉਹ ਸਵਾਂਤੀ ਬੂੰਦ ਚਾਹੁੰਦਾ ਹੈ, ਜਿਸ ਤਰ੍ਹਾਂ ਕੋਇਲ ਦੀ ਆਵਾਜ਼ ਉਹਦੇ ਧੁਰ ਅੰਦਰੋਂ ਨਿਕਲਦੀ ਏ, ਤੂੰ ਵੀ ਗੁਰੂ ਦੇ ਸ਼ਬਦ ਰਾਹੀਂ ਉਸ ਮਾਲਕ ਨੂੰ ਇਸ ਤਰ੍ਹਾਂ ਯਾਦ ਕਰਿਆ ਕਰ। ਜਿੱਦਣ ਤੇਰੇ ਅੰਦਰੋਂ ਹੂਕ ਉੱਠੇਗੀ, ਪੰਥ ਨਿਹਾਰੈ ਕਾਮਣੀ, ਲੋਚਨ ਭਰੀ ਲੈ ਉਸਾਸਾ, ਉਰ ਨਾ ਭੀਜੈ ਪੱਗ ਨਾ ਖਿਸੈ, ਹਰ ਦਰਸ਼ਨ ਕੀ ਆਸਾ। ਜੇ ਤੇਰੇ ਅੰਦਰ ਪਰਮਾਤਮਾ ਦੇ ਦਰਸ਼ਨਾਂ ਦੀ ਇਸ ਤਰ੍ਹਾਂ ਆਸ ਬਣ ਜਾਏ, ਜਿਵੇਂ ਆਪਣੇ ਪਤੀ ਤੋਂ ਵਿਛੜੀ ਹੋਈ ਔਰਤ ਉਹਦੇ ਰਸਤੇ ਨੂੰ ਵੇਖਦੀ ਏ, ਬਾਰ-ਬਾਰ ਉਹਦਾ ਧਿਆਨ ਉੱਧਰ ਜਾਂਦਾ ਹੈ, ਉਹਦਾ ਹਿਰਦਾ ਪਤੀਜਦਾ ਨਹੀਂ ਜਿੰਨਾ ਚਿਰ ਆਪਣੇ ਪਤੀ ਨੂੰ ਵੇਖ ਨਹੀਂ ਲੈਂਦੀ। ਜਿੱਥੇ ਉਹ ਖਲੋਤੀ ਏ ਉਹਨੂੰ ਆਪਣਾ ਚੇਤਾ ਹੀ ਭੁੱਲ ਜਾਂਦਾ ਹੈ, ਉਹ ਖਲੋਤੀ ਹੀ ਰਹਿ ਜਾਂਦੀ ਏ। ਪੱਗ ਨਾ ਖਿਸੇ ਦਾ ਇਹ ਮਤਲਬ ਏ, ਯਾਨੀ ਉਹ ਆਪਣਾ ਆਪਾ ਭੁਲਾ ਦਿੰਦੀ ਏ, ਆਪਣੇ ਪਤੀ ਦੇ ਵਿਛੋੜੇ ਵਿੱਚ ਉਹਦੀ ਯਾਦ ਵਿੱਚ ਇੰਨੀ ਵਿਅਸਤ ਹੋ ਜਾਂਦੀ, ਉਹਨੂੰ ਹੋਰ ਕੁਝ ਸੁੱਝਦਾ ਹੀ ਨਹੀਂ। ਜੇਕਰ ਜਗਿਆਸੂ ਇਸ ਢੰਗ ਨਾਲ ਮਾਲਕ ਅੱਗੇ ਪੁਕਾਰ ਕਰੇ, ਉਹਦੀ ਆਸ ਵਿੱਚ ਆਪਣਾ ਜੀਵਨ ਜੀਵੇ, ਤੇ ਜ਼ਰੂਰ ਮਾਲਕ ਦੇ ਦਰਸ਼ਨ ਇਸ ਨੂੰ ਵੀ ਹੋ ਸਕਦੇ ਨੇ। ਗੁਰੂ ਸਾਹਿਬ ਨੇ ਆਪਾਂ ਨੂੰ ਇਸ ਤਰ੍ਹਾਂ ਇਹਨਾਂ ਸ਼ਬਦਾਂ ਰਾਹੀਂ ਸਮਝਾਉਣ ਦਾ ਯਤਨ ਕੀਤਾ। ਅੱਜ ਜੋ ਉਹਨਾਂ ਦਾ ਸ਼ਬਦ ਨੰਬਰ 3 ਹੈ, ਇਸ 12 ਮਾਹ ਦੇ ਮਹੀਨਿਆਂ ਦੀ ਆਰੰਭਤਾ ਤੋਂ ਪਹਿਲਾਂ, ਉਸ ਵਿੱਚ ਉਹਨਾਂ ਨੇ ਆਖਿਆ, ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਪ੍ਰੀਤਮ ਆਪਣੇ ਦਾ ਮਤਲਬ ਹੈ ਮੇਰੇ ਪਿਆਰੇ, ਮੇਰੇ ਪ੍ਰੀਤਮ, ਐ ਮੇਰੇ ਪਿਆਰੇ ਪ੍ਰੀਤਮ, ਐ ਰਸ ਵਿੱਚ ਭਿੱਜੇ ਹੋਏ ਮੇਰੇ ਮਾਲਕ, ਮੇਰੀ ਅਰਦਾਸ ਸੁਣ, ਮੇਰੀ ਬੇਨਤੀ ਸੁਣ। ਮਨ ਤਨ ਰਵਤ ਰਵੰਨੇ, ਘੜੀ ਨਾ ਬਿਸਰੈ। ਹੇ ਮੇਰੇ ਪ੍ਰੀਤਮ ਪਿਆਰੇ, ਤੂੰ ਮੇਰੇ ਮਨ ਅਤੇ ਤਨ ਵਿੱਚ ਰਮਿਆ ਹੋਇਆ ਹੈ। ਵੈਸੇ ਤਾਂ ਉਹ ਸਾਡੇ ਸਭਨਾਂ ਦੇ ਮਨ ਤਨ ਵਿੱਚ ਰਮਿਆ ਹੀ ਹੋਇਆ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਗੁਰਬਾਣੀ ਸਾਨੂੰ ਬਾਰ-ਬਾਰ ਇਹ ਸਮਝਾ ਰਹੀ ਏ ਕਿ ਉਹ ਸਾਡਾ ਮਾਲਕ ਹਰ ਘਟ ਘਟ ਵਿੱਚ ਮੌਜੂਦ ਏ। ਘਟ ਘਟ ਮੈਂ ਹਰ ਜੂ ਬਸੈ। ਲੇਕਿਨ ਸਾਨੂੰ ਉਹਦਾ ਦੀਦਾਰ ਨਹੀਂ ਹੁੰਦਾ। ਸਾਨੂੰ ਵੈਸੇ ਤਾਂ ਉਹਦੇ ਵਿਛੋੜੇ ਦਾ ਕਦੀ ਅਹਿਸਾਸ ਵੀ ਨਹੀਂ ਹੋਇਆ। ਪਹਿਲੋਂ ਵਿਛੋੜੇ ਦਾ ਅਹਿਸਾਸ ਹੋਵੇ ਤੇ ਫਿਰ ਮਿਲਣ ਦੀ ਅੰਦਰ ਤਾਂਘ ਪੈਦਾ ਹੁੰਦੀ ਏ। ਜੇ ਕਿਸੇ ਨੂੰ ਵਿਛੋੜੇ ਦਾ ਅਹਿਸਾਸ ਹੀ ਨਾ ਹੋਵੇ ਤੇ ਫਿਰ ਮਿਲਣ ਦੀ ਤਾਂਘ ਵੀ ਪੈਦਾ ਨਹੀਂ ਹੋ ਸਕਦੀ। ਗੁਰੂ ਸਾਹਿਬ ਸਾਨੂੰ ਸਮਝਾਉਣਾ ਚਾਹੁੰਦੇ ਨੇ ਕਿ ਜੇ ਤੁਸੀਂ ਰਾਤ ਦਿਨ ਪਰਮਾਤਮਾ ਦੀ ਯਾਦ ਵਿੱਚ, ਉਹਦੇ ਸਿਮਰਨ ਵਿੱਚ, ਉਹਦੇ ਜਪ ਵਿੱਚ ਜੁੜੇ ਰਹੋ ਤੇ ਤੁਹਾਡੇ ਅੰਦਰ ਜਿਹੜਾ ਪਹਿਲਾਂ ਹੀ ਮਨ ਤੇ ਤਨ ਵਿੱਚ ਰਮਿਆ ਹੋਇਆ ਹੈ, ਉਹ ਪ੍ਰਗਟ ਹੋ ਸਕਦਾ ਹੈ।
ਗੁਰੂ ਜੀ ਆਖਦੇ ਨੇ, ਮੇਰੇ ਮਨ ਅਤੇ ਮੇਰੇ ਤਨ ਵਿੱਚ ਤੁਸੀਂ ਰਮੇ ਹੋਏ ਹੋ ਮੇਰੇ ਪ੍ਰੀਤਮ ਪਿਆਰੇ, ਘੜੀ ਨਾ ਬੀਸਰੈ। ਹੁਣ ਮੈਂ ਤੁਹਾਨੂੰ ਇੱਕ ਘੜੀ ਵੀ ਨਹੀਂ ਵਿਸਾਰ ਸਕਦਾ। ਘੜੀ ਸਿਆਣੇ ਲੋਕਾਂ ਦਾ, ਵਿਦਵਾਨ ਲੋਕਾਂ ਦਾ ਮੱਤ ਹੈ ਕਿ ਲਗਭਗ 24 ਮਿੰਟ ਦੀ ਹੁੰਦੀ ਏ ਇੱਕ ਘੜੀ। ਵੈਸੇ ਤਾਂ ਗੁਰੂ ਜੀ ਆਖਦੇ ਨੇ ਕਿ ਮੈਨੂੰ ਇੱਕ ਸਵਾਸ ਵੀ ਨਾ ਵਿਸਰੇ, ਪਰ ਇਸ ਜਗ੍ਹਾ 'ਤੇ ਉਹਨਾਂ ਨੇ ਇੱਕ ਘੜੀ ਦਾ ਜ਼ਿਕਰ ਕੀਤਾ ਹੈ, ਅਤੇ ਇਹਦਾ ਮਤਲਬ ਅਸੀਂ 24 ਮਿੰਟ ਨਹੀਂ ਲੈਣਾ, ਸਗੋਂ ਇਹਦੇ ਅਰਥ ਬਣਦੇ ਨੇ ਕਿ ਬਹੁਤ ਥੋੜ੍ਹੇ ਜਿੰਨੇ ਸਮੇਂ ਲਈ ਵੀ ਤੂੰ ਮੈਨੂੰ ਨਾ ਵਿਸਰੇ, ਮੈਂ ਤੈਨੂੰ ਹੁਣ ਵਿਸਾਰ ਨਹੀਂ ਸਕਦਾ। ਜੇ ਆਪਾਂ ਆਪਣੇ ਜੀਵਨ ਵਿੱਚ ਝਾਤੀ ਮਾਰ ਕੇ ਵੇਖੀਏ ਕਿ ਸਾਨੂੰ ਕਿਸੇ ਘੜੀ ਯਾਦ ਆਉਂਦਾ ਹੈ ਕਿ ਨਹੀਂ। ਗੁਰੂ ਜੀ ਤੇ ਆਖਦੇ ਨੇ, ਮੈਂ ਤੈਨੂੰ ਵਿਸਾਰ ਹੀ ਨਹੀਂ ਸਕਦਾ ਇੱਕ ਘੜੀ ਭਰ ਵੀ, ਪਰ ਆਪਾਂ ਨੂੰ ਕਿੰਨਾ ਕੁ ਯਾਦ ਆਉਂਦਾ ਹੈ, ਕਿੰਨੀਆਂ ਕੁ ਘੜੀਆਂ ਉਹਦੀ ਯਾਦ ਵਿੱਚ ਆਪਾਂ ਬਿਤਾਉਂਦੇ ਹਾਂ, ਇਹ ਆਪਾਂ ਜੀ ਹਰ ਬੰਦੇ ਨੇ ਆਪਣੇ ਅੰਦਰ ਆਪ ਵੇਖਣਾ ਹੈ। ਮੈਨੂੰ ਤਾਂ ਇਸ ਤਰ੍ਹਾਂ ਹੀ ਲੱਗਦਾ ਅਸੀਂ ਇਸ ਮਾਇਆਵੀ ਸੰਸਾਰ ਵਿੱਚ ਰਹਿੰਦੇ ਹੋਏ ਉਹਨੂੰ ਕਿਸੇ ਘੜੀ ਵੀ ਯਾਦ ਨਹੀਂ ਕਰਦੇ। ਸਾਰੀ ਜ਼ਿੰਦਗੀ ਜਨਮ ਤੋਂ ਲੈ ਕੇ ਜਦੋਂ ਤੋਂ ਅਸਾਂ ਹੋਸ਼ ਜਾਂ ਸੁਰਤ ਸੰਭਾਲੀ, ਉਦੋਂ ਤੋਂ ਲੈ ਕੇ ਐਸੇ ਇਸ ਮਾਇਆ ਦੇ ਪਸਾਰੇ ਵਿੱਚ ਅਸੀਂ ਖਚਿਤ ਹੋਏ ਹਾਂ, ਉਹਦੇ ਵਿੱਚੋਂ ਹੁਣ ਮਨ ਨਿਕਲਦਾ ਹੀ ਨਹੀਂ। ਉਹ ਜ਼ਹਿਰ ਸਾਨੂੰ ਹੁਣ ਮਿੱਠਾ ਲੱਗਣ ਲੱਗ ਪਿਆ ਕਿ ਉਹਨੂੰ ਮਿੱਠਾ ਜਾਣ ਕੇ ਅਸੀਂ ਰੋਜ਼ ਦਿਹਾੜੀ ਉਸ ਨੂੰ ਖਾਂਦੇ ਪੀਂਦੇ ਰਹਿੰਦੇ ਹਾਂ, ਭਾਵ ਉਹਦੇ ਵਿੱਚ ਰਚੇ ਮਿਚੇ ਹੋਏ ਹਾਂ। ਸਾਨੂੰ ਕਿਸੇ ਘੜੀ ਵੀ ਯਾਦ ਨਹੀਂ ਆਉਂਦਾ, ਪਰ ਗੁਰੂ ਜੀ ਆਖਦੇ ਨੇ, ਹੇ ਪਰਮਾਤਮਾ, ਮੈਂ ਤੈਨੂੰ ਇੱਕ ਘੜੀ ਵਿਸਾਰ ਨਹੀਂ ਸਕਦਾ। ਮੇਰਾ ਹੁਣ ਚਿੱਤ ਨਹੀਂ ਕਰਦਾ ਕਿ ਮੈਂ ਤੈਨੂੰ ਵਿਸਾਰਾਂ। ਤੂੰ ਮੇਰੇ ਮਨ ਤੇ ਤਨ ਵਿੱਚ ਰਮਿਆ ਹੋਇਆ ਹੈ, ਰਚਿਆ ਮਿਚਿਆ ਹੋਇਆ ਹੈ। ਕਬੀਰ ਸਾਹਿਬ ਆਪਣੀ ਬਾਣੀ ਵਿੱਚ ਲਿਖਦੇ ਨੇ ਕਿ ਇਹ ਜਿਹੜੀ ਅਵਸਥਾ ਹੈ ਘੜੀ ਨਾ ਬੀਸਰੈ ਵਾਲੀ, ਇਹ ਸਾਨੂੰ ਘਰ ਬੈਠਿਆਂ ਨਹੀਂ ਪ੍ਰਾਪਤ ਹੁੰਦੀ, ਸਾਨੂੰ ਸਾਧ ਸੰਗਤ ਵਿੱਚ ਆਉਣਾ ਹੁੰਦਾ ਹੈ। ਸਾਧ ਸੰਗਤ ਵਿੱਚ ਆਈਏ ਤੇ ਸਾਡੇ ਮਨ ਅੰਦਰ ਇਹ ਵਿਚਾਰ ਪੈਦਾ ਹੁੰਦੇ ਨੇ ਕਿ ਸੱਚੀ ਮੁੱਚੀ ਮੈਂ ਤੇ ਸਾਰੀ ਉਮਰ ਨਿਗਾਲੀ, ਮੈਂ ਤੇ ਇੱਕ ਘੜੀ ਵੀ ਉਹਨੂੰ ਨਹੀਂ ਯਾਦ ਕੀਤਾ, ਤੇ ਚਲੋ ਜੋ ਬੀਤੀ ਸੋ ਬੀਤੀ, ਅਗਲੇ ਆਉਣ ਵਾਲੇ ਸਮੇਂ ਵਿੱਚ ਤੇ ਆਪਣੇ ਜੀਵਨ ਦੀਆਂ ਘੜੀਆਂ ਸੰਭਾਲੀਏ ਆਪਾਂ। ਇਹ ਸਾਨੂੰ ਸਾਧ ਸੰਗਤ ਵਿੱਚੋਂ ਪ੍ਰੇਰਨਾ ਮਿਲਦੀ ਏ। ਕਬੀਰ ਸਾਹਿਬ ਆਖਦੇ, ਏਕ ਘੜੀ ਆਦਿ ਘੜੀ, ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਆਹ ਹੈ ਜੀ ਭਗਤਾਂ ਸੇਤੀ ਗੋਸ਼ਟੇ ਜਿਹੜੇ ਆਪਾਂ ਹੁਣ ਕਰ ਰਹੇ ਹਾਂ, ਜਾਂ ਫਿਰ ਜਦੋਂ ਵੀ ਕਿਤੇ ਤੁਹਾਨੂੰ ਸਮਾਂ ਮਿਲੇ, ਕੰਮ ਤੋਂ ਵਿਹਲੇ ਹੋਵੋ, ਘਰ ਵਿੱਚ ਬੈਠੇ ਹੋਵੋ, ਤੇ ਉਸ ਪਰਮਾਤਮਾ ਦੀ ਸਿਫਤ ਸਲਾਹ ਸ਼ੁਰੂ ਕਰਿਆ ਕਰੋ। ਆਪਣੇ ਜੀਵਨ ਬਾਰੇ ਕੋਈ ਗੱਲਬਾਤ ਦੂਜੇ ਨਾਲ ਕਰਿਆ ਕਰੋ ਕਿ ਜੀਵਨ ਕਾਹਦੇ ਲਈ ਸਾਨੂੰ ਮਿਲਿਆ, ਕਿ ਅਸੀਂ ਜਿਸ ਕੰਮ ਲਈ ਸਾਨੂੰ ਇਹ ਮਨੁੱਖਾ ਜੀਵਨ ਮਿਲਿਆ ਉਹ ਕੰਮ ਕਰ ਵੀ ਰਹੇ ਹਾਂ ਕਿ ਨਹੀਂ ਕਰ ਰਹੇ। ਜਦੋਂ ਅਸੀਂ ਭਗਤਾਂ ਦੇ ਨਾਲ, ਰੱਬ ਦੇ ਪਿਆਰਿਆਂ ਦੇ ਨਾਲ ਇਸ ਗੋਸ਼ਟੀ ਨੂੰ ਕਰਾਂਗੇ, ਇਸ ਵਿਚਾਰ ਵਟਾਂਦਰੇ ਨੂੰ ਕਰਾਂਗੇ। ਵੈਸੇ ਮੇਰਾ ਇਹ ਵਿਚਾਰ ਨਿੱਜੀ ਵਿਚਾਰ ਹੈ ਜੀ ਮੇਰਾ, ਉਹ ਇਹ ਹੈ ਕਿ ਸਾਨੂੰ ਗੋਸ਼ਟ ਕਰਨ ਦੀ ਆਦਤ ਹੀ ਨਹੀਂ। ਜਦੋਂ ਵੀ ਆਪਾਂ ਗੋਸ਼ਟੀ ਕਰਦੇ ਹਾਂ, ਵਿਚਾਰ ਵਟਾਂਦਰਾ ਇੱਕ ਦੂਜੇ ਨਾਲ ਕਰਦੇ ਹਾਂ, ਆਪਾਂ ਸੱਚ ਜਾਣਿਆ ਜੇ ਲੜਨ ਨੂੰ ਆਉਂਦੇ ਹਾਂ ਵੀ ਜਿਹੜੀ ਮੈਂ ਗੱਲ ਆਖੀ ਉਹ ਬਿਲਕੁਲ ਦਰੁਸਤ ਹੈ, ਤੂੰ ਜੋ ਆਖਿਆ ਸਾਰਾ ਹੀ ਝੂਠ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਪੜ੍ਹੇ ਲਿਖੇ ਲੋਕ ਅਗਲੇ ਦੀ ਬੜੀ ਔਖੀ ਤੋਂ ਔਖੀ ਗੱਲ ਨੂੰ ਵੀ ਸਹਿਣ ਕਰ ਲੈਂਦੇ ਨੇ ਤੇ ਫਿਰ ਬੜੇ ਠਰੰਮੇ ਨਾਲ ਉਸ ਦਾ ਜਵਾਬ ਦਿੰਦੇ ਨੇ। ਗੁਰੂ ਨਾਨਕ ਸਾਹਿਬ ਨੇ ਇਹੋ ਹੀ ਗੱਲ ਸਾਨੂੰ ਆਪਣੇ ਜਿਹੜਾ ਉਹਨਾਂ ਨੇ ਦੌਰੇ ਕੀਤੇ ਨੇ ਦੁਨੀਆ ਦੇ, ਉਹਨਾਂ ਵਿੱਚ ਬਾਰ-ਬਾਰ ਇਹ ਗੱਲ ਕਹਿੰਦੇ ਨੇ ਕਿ ਮੈਂ ਵਿਤੰਡਾਵਾਦ ਨਹੀਂ ਕਰਨਾ ਚਾਹੁੰਦਾ, ਭਾਵ ਮੈਂ ਵਾਦ ਵਿਵਾਦ 'ਚ ਨਹੀਂ ਪੈਣਾ ਚਾਹੁੰਦਾ, ਮੈਂ ਤੁਹਾਡੇ ਨਾਲ ਵਿਚਾਰ ਕਰਨਾ ਚਾਹੁੰਦਾ। ਤੁਸੀਂ ਮੇਰੇ ਨਾਲ ਮੇਰੇ ਸਾਹਮਣੇ ਬੈਠੋ
ਤੇ ਇਹ ਨਹੀਂ ਸੋਚਣਾ ਕਿ ਕੌਣ ਵੱਡਾ ਹੈ, ਕੌਣ ਛੋਟਾ ਹੈ, ਕੌਣ ਜ਼ਿਆਦਾ ਪੜ੍ਹਿਆ ਹੈ, ਕੌਣ ਅਨਪੜ੍ਹ ਹੈ। ਨਹੀਂ, ਇੱਕ ਦੂਜੇ ਨੂੰ ਬਰਾਬਰ ਸਮਝ ਕੇ ਵਿਚਾਰ ਕਰਨੀ ਹੈ। ਕਿਸੇ ਦੀ ਗੱਲ ਸਾਨੂੰ ਸੂਟ ਨਹੀਂ ਕਰਦੀ ਤੇ ਉਹਦੇ ਨਾਲ ਝਗੜਾ ਨਹੀਂ ਕਰਨਾ, ਵਿਚਾਰ ਕਰਨੀ ਹੈ। ਸੋ ਆਪਾਂ ਗੋਸ਼ਟੀ ਕਰਨਾ ਸਿੱਖੀਏ। ਭਗਤਨ ਸੇਤੀ ਗੋਸ਼ਟੇ ਜੋ ਕੀਨੇ ਸੋ ਲਾਭ। ਜਿੰਨਾ ਵੀ ਸਮਾਂ ਅਸੀਂ ਸਤ ਸੰਗਤ ਵਿੱਚ ਬੈਠੀਏ, ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰੀਏ, ਉਹਦਾ ਸਾਨੂੰ ਲਾਭ ਹੀ ਹੋਣਾ, ਸਾਨੂੰ ਉਹਦਾ ਕੋਈ ਨੁਕਸਾਨ ਨਹੀਂ ਹੋਣਾ। ਤੇ ਫਿਰ ਕਿਉਂ ਨਾ ਅਸੀਂ ਭਾਵੇਂ ਇੱਕ ਘੜੀ, ਭਾਵੇਂ ਅੱਧੀ ਘੜੀ, ਭਾਵੇਂ ਅੱਧੀ ਤੋਂ ਵੀ ਅੱਧੀ, ਕਿਉਂ ਨਾ ਅਸੀਂ ਸਤਸੰਗ ਕਰੀਏ, ਕਿਉਂ ਨਾ ਅਸੀਂ ਰੱਬ ਦੇ ਪਿਆਰਿਆਂ ਨਾਲ ਬਹਿ ਕੇ ਗੱਲਬਾਤ ਕਰੀਏ। ਸੋ ਇਸ ਤਰ੍ਹਾਂ ਕਰਨ ਦੇ ਨਾਲ ਸਾਨੂੰ ਇਹ ਚੇਤਾ ਬਣੇਗਾ ਕਿ ਅਸੀਂ ਆਪਣੇ ਜੀਵਨ ਦੀਆਂ ਘੜੀਆਂ ਪਰਮਾਤਮਾ ਦੀ ਯਾਦ ਵਿੱਚ ਬਿਤਾਉਣੀਆਂ ਨੇ। ਉਸ ਮਾਲਕ ਨਾਲ ਜੁੜਨਾ ਜਿਸ ਮਾਲਕ ਨਾਲੋਂ ਅਸੀਂ ਪਤਾ ਨਹੀਂ ਕਦੋਂ ਦੇ ਵਿਛੜੇ ਹਾਂ ਤੇ ਵਿਛੜ ਕੇ ਅਸੀਂ ਠੋਕਰਾਂ ਖਾ ਰਹੇ ਹਾਂ। ਅਗਲਾ ਜਿਹੜਾ ਬਚਨ ਹੈ ਗੁਰੂ ਸਾਹਿਬ ਦਾ, ਉਹਦੇ ਵਿੱਚ ਉਹ ਆਖਦੇ ਨੇ, ਕਿਉਂ ਘੜੀ ਵਿਸਾਰੀ ਹਉ ਬਲਿਹਾਰੀ ਹਉ ਜੀਵਾਂ ਗੁਣ ਗਾਏ। ਹੇ ਪਰਮਾਤਮਾ, ਕਿਉਂ ਘੜੀ ਵਿਸਾਰੀ। ਵੇਖੋ, ਇਹ ਕੁਐਸਚਨ ਮਾਰ ਕੇ ਦੇ ਅੱਗੇ ਲਾ ਲਓ। ਕਿਉਂ ਤੈਨੂੰ ਮੈਂ ਇੱਕ ਘੜੀ ਭਰ ਵਿਸਾਰਾਂ, ਜਦੋਂ ਤੂੰ ਮੇਰੇ ਮਨ ਵਿੱਚ, ਮੇਰੇ ਤਨ ਵਿੱਚ, ਮੇਰੇ ਪ੍ਰਾਣਾਂ ਵਿੱਚ ਤੂੰ ਰਮਿਆ ਹੀ ਹੋਇਆ ਪਹਿਲਾਂ ਹੀ, ਤੇ ਮੈਂ ਇੱਕ ਗਫਲਤ ਦੀ ਨੀਂਦ ਵਿੱਚ ਸੌਂ ਕੇ ਤੈਨੂੰ ਕਿਉਂ ਵਿਸਾਰਾਂ। ਹਉ ਬਲਿਹਾਰੀ, ਮੈਂ ਤੈਨੂੰ ਵਿਸਾਰ ਤਾਂ ਨਹੀਂ ਸਕਦਾ ਹੁਣ, ਕਿਉਂਕਿ ਸਮਝ ਆ ਗਈ ਹੈ ਸਤ ਸੰਗਤ ਵਿੱਚ ਬੈਠ ਕੇ ਕਿ ਤੂੰ ਮੇਰੇ ਮਨ ਤਨ ਤੇ ਪ੍ਰਾਣਾਂ ਵਿੱਚ ਰਮਿਆ ਹੋਇਆ ਏ। ਮੈਂ ਤੇ ਤੇਰੇ ਤੋਂ ਸਦਕੇ ਜਾਣਾ, ਮੈਨੂੰ ਸਮਝ ਆ ਗਈ ਏ, ਮੈਨੂੰ ਅੰਦਰੋਂ ਅਹਿਸਾਸ ਹੋ ਗਿਆ ਹੈ ਕਿ ਤੂੰ ਮੇਰੇ ਨਾਲ ਹੈ, ਤੂੰ ਮੇਰੇ ਅੰਦਰ ਬਾਹਰ ਵਸਦਾ ਏ। ਹਉ ਜੀਵਾਂ ਗੁਣ ਗਾਏ, ਮੈਂ ਤੇਰੇ ਗੁਣ ਗਾ ਗਾ ਕੇ ਆਤਮਿਕ ਜੀਵਨ ਜਿਉਂਦਾ ਹਾਂ। ਹਰ ਮਨੁੱਖ ਦਾ ਮੂਲ ਰੂਪ ਵਿੱਚ ਦੋ ਤਰ੍ਹਾਂ ਦਾ ਜੀਵਨ ਹੁੰਦਾ ਹੈ ਜੀ। ਇੱਕ ਸਾਡਾ ਸਰੀਰਕ ਜੀਵਨ ਹੈ, ਇੱਕ ਸਾਡਾ ਆਤਮਿਕ ਜਾਂ ਮਾਨਸਿਕ ਜੀਵਨ ਹੈ। ਅਸੀਂ ਸਰੀਰਕ ਜੀਵਨ ਕਿਵੇਂ ਜਿਉਂਦੇ ਹਾਂ, ਇਹਦੇ ਨਾਲ ਬਹੁਤਾ ਫਰਕ ਨਹੀਂ ਪੈਂਦਾ। ਅਸੀਂ ਅਮੀਰੀ ਵਿੱਚ ਹਾਂ, ਅਸੀਂ ਗਰੀਬੀ ਵਿੱਚ ਹਾਂ, ਅਸੀਂ ਕਿਸੇ ਉੱਚੀ ਕੁੱਲ ਵਿੱਚ ਪੈਦਾ ਹੋਏ ਹਾਂ, ਅਸੀਂ ਕਹੀ ਜਾਂਦੀ ਕਿਸੇ ਅਖੌਤੀ ਨੀਵੀਂ ਕੁੱਲ 'ਚ ਪੈਦਾ ਹੋਏ ਹਾਂ, ਇਹਦੇ ਨਾਲ ਕੋਈ ਵੀ ਰੱਬ ਨੂੰ ਫਰਕ ਨਹੀਂ ਪੈਂਦਾ। ਸਾਨੂੰ ਲੋਕਾਂ ਨੂੰ ਬੇਸ਼ੱਕ ਪੈਂਦਾ ਹੋਵੇ, ਪਰਮਾਤਮਾ ਨੂੰ ਨਹੀਂ ਪੈਂਦਾ। ਸੋ ਜਿਹੜਾ ਸਾਡਾ ਸਰੀਰਕ ਜੀਵਨ ਹੈ, ਪਰਮਾਤਮਾ ਦੇ ਰਾਹ 'ਤੇ ਤੁਰਨ ਵਾਸਤੇ ਇਹਦੇ ਵੱਲ ਤੇ ਸੋਚਣ ਦੀ ਵੀ ਲੋੜ ਨਹੀਂ। ਚਾਹੇ ਭਗਤ ਰਵਿਦਾਸ ਹੋਣ ਤੇ ਚਾਹੇ ਰਾਮਾਨੰਦ ਜੀ ਹੋਣ। ਭਗਤ ਰਵਿਦਾਸ ਇੱਕ ਚਮਾਰ ਘਰ ਵਿੱਚ ਪੈਦਾ ਹੋਏ ਨੇ, ਭਗਤ ਰਾਮਾਨੰਦ ਇੱਕ ਬ੍ਰਾਹਮਣ ਪਰਿਵਾਰ ਵਿੱਚ ਪੈਦਾ ਹੋਏ ਨੇ, ਪਰ ਰੱਬ ਦੀ ਨਿਗਾਹ ਵਿੱਚ ਦੋਵੇਂ ਇੱਕੋ ਜਿਹੇ ਨੇ। ਉਹ ਰਾਮਾਨੰਦ ਨੂੰ ਵੀ ਪਰਮਾਤਮਾ ਓਨਾ ਹੀ ਪਿਆਰ ਕਰਦੇ ਨੇ ਜਿੰਨਾ ਭਗਤ ਰਵਿਦਾਸ ਜੀ ਨੂੰ ਕਰਦੇ ਨੇ। ਜਿੰਨਾ ਭਗਤ ਰਵਿਦਾਸ ਜੀ ਨੂੰ ਉਹ ਪਿਆਰ ਕਰਦੇ ਨੇ, ਓਨਾ ਹੀ ਪਿਆਰ ਉਹ ਮੀਰਾ ਬਾਈ ਨੂੰ ਕਰਦੇ ਨੇ। ਉਹਨਾਂ ਵਿੱਚ ਕੋਈ ਵੀ ਫਰਕ ਨਹੀਂ ਸਮਝਦੇ। ਲੇਕਿਨ ਪਰਮਾਤਮਾ ਨੂੰ ਫਰਕ ਕਦੋਂ ਪੈਂਦਾ ਹੈ? ਜਦੋਂ ਸਾਡਾ ਆਤਮਿਕ ਜੀਵਨ ਨਹੀਂ ਚੰਗਾ ਹੁੰਦਾ। ਅਸੀਂ ਆਪਣਾ ਆਤਮਿਕ ਜੀਵਨ ਸੁਧਾਰਨਾ ਹੈ। ਆਤਮਿਕ ਜੀਵਨ ਦਾ ਮਤਲਬ ਹੁੰਦਾ ਹੈ ਜਦੋਂ ਅਸੀਂ ਹਰ ਵਕਤ ਵਿਕਾਰਾਂ ਦੀਆਂ ਸੋਚਾਂ ਸੋਚਦੇ ਹਾਂ, ਸਾਡਾ ਮਨ ਵਿਕਾਰਾਂ ਦੀ ਮੈਲ ਨਾਲ ਫਿਰ ਮੈਲਾ ਹੋ ਜਾਂਦਾ। ਉਹ ਰੱਬ ਨੂੰ ਨਹੀਂ ਚੰਗਾ ਲੱਗਦਾ। ਰੱਬ ਨੂੰ ਜਿਵੇਂ ਸਾਨੂੰ ਹਰ ਚੀਜ਼ ਸਾਫ਼ ਸੁਥਰੀ ਚੰਗੀ ਲੱਗਦੀ ਏ, ਮੈਲੀ ਕੁਚੈਲੀ ਕੋਈ ਵੀ ਚੀਜ਼ ਸਾਨੂੰ ਚੰਗੀ ਨਹੀਂ ਲੱਗਦੀ। ਇਹ ਪਰਮਾਤਮਾ ਦਾ ਗੁਣ ਹੈ ਜੀ, ਸੁਭਾਅ ਹੈ। ਉਹੀ ਸਾਡੇ ਅੰਦਰ ਵੀ ਸੁਭਾਅ ਹੈ। ਹਰ ਚੀਜ਼ ਸਾਫ਼ ਸੁਥਰੀ ਸਾਨੂੰ ਬਹੁਤ ਚੰਗੀ ਲੱਗਦੀ, ਪਿਆਰੀ ਲੱਗਦੀ, ਅਸੀਂ ਉਹਨੂੰ ਮੰਨਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਪਰਮਾਤਮਾ ਜਿਹੜੇ ਸਾਡੇ ਹਿਰਦਾ, ਸਾਡਾ ਮਨ, ਸਾਡੀ ਮਾਨਸਿਕਤਾ ਅੰਦਰੋਂ ਵਿਕਾਰਾਂ ਨਾਲ ਮੈਲੀ ਹੋਈ ਹੁੰਦੀ ਏ, ਉਹ ਪਰਮਾਤਮਾ ਨੂੰ ਵੀ ਨਹੀਂ ਪਾਉਂਦੀ। ਪਰਮਾਤਮਾ ਵੀ ਉਸ ਨੂੰ ਪਿਆਰ ਨਹੀਂ ਕਰਦਾ। ਪਰਮਾਤਮਾ ਉਸ ਨੂੰ ਪਿਆਰ ਕਰਦਾ ਜਿਹੜਾ ਅੰਦਰੋਂ ਸ਼ੁੱਧ ਤੇ ਸਾਫ਼ ਹੋ ਗਿਆ।
ਸੋ ਆਪਾਂ ਆਪਣਾ ਆਤਮਿਕ ਜੀਵਨ ਚੰਗਾ ਬਣਾਉਣਾ ਹੈ। ਮਾਨਸਿਕ ਜਿਹੜਾ ਸਾਡਾ ਸਰੀਰਕ ਜੀਵਨ ਹੈ, ਭਾਵੇਂ ਸਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਖਿਆ ਜੀਓ ਨਿਰਮਲ ਬਾਹਰੋਂ ਨਿਰਮਲ। ਅਸੀਂ ਅੰਦਰੋਂ ਵੀ ਸ਼ੁੱਧ ਰਹਿਣਾ, ਬਾਹਰੋਂ ਵੀ ਸਾਫ ਸੁਥਰੇ ਰਹਿਣਾ, ਲੇਕਿਨ ਬਾਹਰਲੇ ਦਾ ਰੱਬ ਨਾਲ ਕੋਈ ਲੈਣ ਦੇਣ ਨਹੀਂ, ਉਹ ਸਾਡੇ ਨਾਲ ਹੈ। ਰੱਬ ਦਾ ਸੰਬੰਧ ਸਾਡੇ ਅੰਦਰਲੇ ਨਾਲ ਹੈ। ਅਸੀਂ ਅੰਦਰਲੇ ਨੂੰ ਸਾਫ ਕਰਨਾ ਹੈ। ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਹੋਆ ਸ਼ਿਆ। ਇਹ ਸ਼ਾਹ ਕਾਲਾ ਹੋ ਗਿਆ ਵਿਕਾਰਾਂ ਦੀ ਮੈਲ ਨਾਲ। ਇਸ ਨੂੰ ਆਪਾਂ ਸਾਫ਼ ਕਰਨਾ ਹੈ। ਇਹ ਹਨ ਜੀ ਸਾਡੇ ਦੋ ਤਰ੍ਹਾਂ ਦੇ ਜੀਵਨ। ਗੁਰੂ ਜੀ ਆਖਦੇ ਨੇ ਹਉ ਜੀਵਾਂ ਗੁਣ ਗਾਏ। ਜਿਹੜਾ ਮੇਰਾ ਆਤਮਿਕ ਜੀਵਨ ਹੈ, ਇਹ ਤੇਰੇ ਗੁਣ ਗਾ ਗਾ ਕੇ ਪਵਿੱਤਰ ਹੋ ਗਿਆ, ਚੰਗਾ ਬਣ ਗਿਆ। ਆਪਣਾ ਆਤਮਿਕ ਜੀਵਨ ਵੀ ਚੰਗਾ ਬਣ ਸਕਦਾ ਹੈ ਜੇ ਆਪਾਂ ਪਰਮਾਤਮਾ ਦੇ ਗੁਣ ਗਾਈਏ, ਉਹਦੇ ਨਾਮ ਦਾ ਸਿਮਰਨ ਕਰੀਏ, ਜਪ ਕਰੀਏ। ਤੇ ਇੱਕ ਗੱਲ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਏ, ਉਹ ਇਹ ਨਾ ਕੋਈ ਮੇਰਾ ਹਉ ਕਿਸ ਕੇਰਾ। ਇਹ ਵੀ ਸਵਾਲੀਆ ਫਿਕਰਾ ਹੈ। ਇਸ ਸੰਸਾਰ ਦੇ ਅੰਦਰ ਜੇ ਮੇਰਾ ਕੋਈ ਨਹੀਂ ਤੇ ਮੈਂ ਕਿਹਦਾ ਹਾਂ। ਜੇ ਭਾਵ ਹੈ ਕਿ ਜੇ ਮੇਰਾ ਕੋਈ ਨਹੀਂ ਤੇ ਮੈਂ ਵੀ ਕਿਸੇ ਦਾ ਨਹੀਂ। ਇਹਦੇ ਦੋ ਮਤਲਬ ਨੇ ਜੀ। ਸੰਸਾਰਕ ਤੌਰ 'ਤੇ ਇਸ ਤਰ੍ਹਾਂ ਨਹੀਂ ਆਪਾਂ ਸੋਚਣਾ ਕਿ ਮੇਰਾ ਕੋਈ ਵੀ ਨਹੀਂ ਤੇ ਮੈਂ ਕਿਸੇ ਦਾ ਵੀ ਨਹੀਂ। ਨਹੀਂ, ਅਸੀਂ ਮਨੁੱਖ ਜਾਮੇ ਦੇ ਹਾਂ ਤੇ ਮਨੁੱਖ ਜਾਮਾ ਸਾਡਾ ਏ। ਭਾਵ ਇਹ ਸਮੁੱਚਾ ਸਮਾਜ, ਮਾਨਵ ਸਮਾਜ ਦੀ ਮੈਂ ਗੱਲ ਕਰਦਾ, ਸਿੱਖ ਸਮਾਜ ਦੀ ਨਹੀਂ। ਇਹ ਸਮੁੱਚਾ ਮਾਨਵ ਸਮਾਜ ਜਿਹੜਾ ਇਹ ਸਾਡਾ ਏ। ਅਸੀਂ ਇਸ ਦੇ ਹਾਂ। ਸਰੀਰਕ ਤੌਰ 'ਤੇ ਇਸ ਤਰ੍ਹਾਂ ਮੰਨਣਾ, ਲੇਕਿਨ ਆਤਮਿਕ ਤੌਰ 'ਤੇ ਨਾ ਅਸੀਂ ਕਿਸੇ ਦੇ, ਨਾ ਕੋਈ ਸਾਡਾ ਹੈ, ਨਾ ਕੋਈ ਸਾਡੇ ਨਾਲ ਆਇਆ ਸੀ, ਨਾ ਕਿਸੇ ਨੇ ਸਾਡੇ ਨਾਲ ਜਾਣਾ। ਇਕੱਲੇ ਅਸੀਂ ਆਏ ਸਾਂ, ਅਸੀਂ ਇਕੱਲਿਆਂ ਜਾਣਾ ਹੈ। ਗੁਰੂ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਲਿਖੇ ਨੇ, ਆਵਤ ਇਕੇਲਾ ਜਾਤ ਇਕੇਲਾ, ਹਮ ਤੁਮ ਸੰਗ ਝੂਠੇ ਸਭ ਬੋਲਾ। ਅਸੀਂ ਸੰਸਾਰ ਵਿੱਚ ਇਕੱਲੇ ਆਉਂਦੇ ਹਾਂ, ਇਕੱਲੇ ਹੀ ਚਲੇ ਜਾਂਦੇ ਹਾਂ। ਇਹ ਜਿਹੜਾ ਅਸੀਂ ਬੋਲ ਚਾਲ ਅਸੀਂ ਇੱਕ ਦੂਜੇ ਨਾਲ ਕਰਦੇ ਹਾਂ, ਮੈਂ ਤੇਰਾ ਹਾਂ ਤੂੰ ਮੇਰਾ ਹੈ, ਸਦਾ ਨਿਭਾਵਾਂਗੇ ਇਹ ਵੋ। ਗੁਰੂ ਜੀ ਆਖਦੇ ਨੇ ਹਮ ਤੁਮ ਸੰਗ ਝੂਠੇ ਸਭ ਬੋਲਾ। ਇਹ ਝੂਠ ਹੈ ਕਿਉਂਕਿ ਪਤਾ ਨਹੀਂ ਕਦੋਂ ਕਿਸੇ ਦਾ ਸਰੀਰ ਬਿਨਸ ਜਾਣਾ। ਕੌਣ ਕਿਸੇ ਨਾਲ ਅੱਜ ਤੱਕ ਨਿਭਿਆ? ਕੋਈ ਵੀ ਨਹੀਂ ਨਿਭਦਾ। ਅਸੀਂ ਇਕੱਠੇ ਜੀਵਨ ਪੰਧ ਸ਼ੁਰੂ ਕਰਦੇ ਹਾਂ, ਕੋਈ ਪਤਾ ਨਹੀਂ ਲੱਗਦਾ ਕਿਸੇ ਦੇ ਸਾਥੀ ਨੇ ਕਦੋਂ ਉਹਦੇ ਨਾਲੋਂ ਵਿਛੜ ਜਾਣਾ, ਕਦੋਂ ਚਲੇ ਜਾਣਾ। ਸੋ ਸਰੀਰਕ ਤੌਰ 'ਤੇ ਅਸੀਂ ਸਮਾਜ ਦੇ ਵਿੱਚ ਰਹਿੰਦੇ ਹਾਂ, ਸਮਾਜ ਦੀ ਅਸੀਂ ਮਦਦ ਕਰਨੀ ਹੈ ਕਿਉਂਕਿ ਸਮਾਜ ਸਾਡੀ ਮਦਦ ਕਰਦਾ ਹੈ। ਲੇਕਿਨ ਆਤਮਿਕ ਤੌਰ 'ਤੇ ਨਾ ਅਸੀਂ ਕਿਸੇ ਦੇ ਹਾਂ, ਨਾ ਕੋਈ ਸਾਡਾ ਹੈ, ਨਾ ਅਸੀਂ ਕਿਸੇ ਦੇ ਨਾਲ ਆਏ ਸਾਂ, ਨਾ ਕਿਸੇ ਨਾਲ ਜਾਣਾ ਹੈ। ਗੁਰੂ ਨੌਵੇਂ ਪਾਤਸ਼ਾਹ ਨੇ ਆਪਾਂ ਨੂੰ ਇਹੋ ਹੀ ਬਚਨ ਸਮਝਾਇਆ ਹੋਇਆ, ਸਾਧੋ ਰਚਨਾ ਰਾਮ ਬਣਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਇਹ ਅਚਰਜਤਾ ਵਾਲੀ ਗੱਲ ਏ ਕਿ ਸਾਡੇ ਹੱਥੀਂ, ਸਾਡੇ ਕੋਲੋਂ, ਸਾਡੇ ਆਪਣੇ ਜਿਨ੍ਹਾਂ ਨੂੰ ਅਸੀਂ ਸਮਝਦੇ ਹਾਂ ਉਹ ਤੁਰੇ ਜਾ ਰਹੇ ਨੇ ਸਰੀਰ ਛੱਡ ਕੇ। ਲੇਕਿਨ ਜਿਹੜੇ ਅਸੀਂ ਰਹਿੰਦੇ ਹਾਂ, ਅਸੀਂ ਆਪਣੇ ਆਪ ਨੂੰ ਸਦਾ ਰਹਿਣ ਵਾਲੇ ਮੰਨੀ ਬੈਠੇ ਹਾਂ। ਇਹੋ ਹੀ ਅਚਰਜ ਕਿਸਮ ਦੀ ਰਚਨਾ ਰੱਬ ਨੇ ਰਚੀ ਏ। ਇਸ ਨੂੰ ਜੀ ਸਮਝਣਾ ਹੈ ਆਪਾਂ। ਇਹ ਜਿੱਥੇ ਆਪਾਂ ਹੋਣਾ ਨਾ, ਜਿਸ ਅਵਸਥਾ ਵਿੱਚ, ਜੀਵਨ ਵਿੱਚ, ਇਹ ਅਸੀਂ ਇੱਕ ਐਗਜ਼ਾਮੀਨੇਸ਼ਨ ਹਾਲ ਦੇ ਵਿੱਚ ਬੈਠੇ ਹੋਏ ਹਾਂ। ਅਸੀਂ ਇੱਕ ਪਰਚਾ ਪਾਉਣ ਲਈ ਇੱਥੇ ਆਏ ਹਾਂ। ਇਹ ਜਿਹੜੀ ਧਰਤੀ ਏ ਧਰਮਸ਼ਾਲਾ ਏ, ਧਰਮ ਕਮਾਉਣ ਦੀ ਥਾਂ ਏ। ਇੱਥੇ ਆਪਾਂ ਇਹ ਜ਼ਰੂਰ ਗੱਲ ਸਮਝਣੀ ਏ ਕਿ ਜੇ ਗੁਰੂ ਜੀ ਕਹਿ ਰਹੇ ਨੇ ਕਿ ਰਚਨਾ ਰਾਮ ਨੇ ਇਹੋ ਜਿਹੀ ਬਣਾਈ ਏ, ਇੱਕ ਬਿਨਸਦੇ ਜਾ ਰਹੇ ਨੇ, ਇੱਕ ਆਪਣੇ ਆਪ ਨੂੰ ਸਦਾ ਰਹਿਣ ਵਾਲੇ ਮੰਨੀ ਬੈਠੇ ਨੇ, ਬਸ ਇਸੇ ਹੀ ਗੱਲ ਨੂੰ ਸਮਝਣਾ ਕਿ ਜੇ ਮੇਰੇ ਸਾਥੀ ਚਲੇ ਗਏ ਨੇ ਤੇ ਚਲਿਆ ਮੈਂ ਵੀ ਜਾਣਾ, ਮੈਂ ਸਦਾ ਨਹੀਂ ਰਹਿਣਾ।
ਜੇ ਅਸੀਂ ਇਹ ਗੱਲ ਸਮਝ ਲਈਏ ਕਿ ਮੈਂ ਸਦਾ ਨਹੀਂ ਰਹਿਣਾ, ਕਿਸੇ ਨਾਲ ਸਾਡੀ ਕਦੀ ਕੋਈ ਲੜਾਈ ਝਗੜਾ ਨਹੀਂ ਹੋ ਸਕਦਾ, ਅਸੀਂ ਕਿਸੇ ਨੂੰ ਮੰਦਾ ਨਹੀਂ ਬੋਲ ਸਕਦੇ, ਅਸੀਂ ਕਿਸੇ ਦਾ ਬੁਰਾ ਨਹੀਂ ਕਰ ਸਕਦੇ। ਜੇ ਇਹ ਸਮਝ ਆ ਜਾਏ ਕਿ ਮੈਂ ਚਲਿਆ ਜਾਣਾ। ਆਪਣੇ ਘਰਾਂ ਵਿੱਚ ਪ੍ਰਾਹੁਣੇ ਆਉਂਦੇ ਨੇ, ਇੱਕ ਰਾਤ ਕਿਸੇ ਨੇ ਠਹਿਰਨਾ, ਕਿਸੇ ਨੇ 2 ਰਾਤਾਂ ਠਹਿਰਨਾ, ਉਹ ਕਿਉਂ ਸਾਡਾ ਬੁਰਾ ਕਰਨਗੇ? ਕਿਉਂਕਿ ਉਹਨਾਂ ਨੂੰ ਪਤਾ ਹੈ ਇੱਕ ਰਾਤ ਕੱਟ ਕੇ ਸਵੇਰੇ ਉੱਠ ਕੇ ਮੈਂ ਚਲੇ ਜਾਣਾ, ਤੇ ਮੈਂ ਕਿਉਂ ਕਿਸੇ ਨਾਲ ਮਾੜਾ ਕਰਾਂ? ਜੇ ਮੈਂ ਮਾੜਾ ਕਰਾਂਗਾ ਸਾਰੀ ਜ਼ਿੰਦਗੀ ਇਹ ਲੋਕ ਮੈਨੂੰ ਕੋਸਣਗੇ ਕਿ ਆਇਆ ਸੀ ਇੱਕ ਰਾਤ ਇਹਨੇ ਰਹਿਣਾ ਸੀ ਤੇ ਆਹ ਕੁਛ ਕਰਕੇ ਗਿਆ ਸਾਡੇ ਘਰ। ਇਸ ਧਰਤੀ ਉੱਤੇ ਜੀ ਆਪਾਂ ਇੱਕ ਘਰ ਵਿੱਚ ਆਏ ਹੋਏ ਹਾਂ, ਸਾਡੀ ਸਭ ਸਮੁੱਚੀ ਮਾਨਵਤਾ ਦਾ ਇੱਕ ਘਰ ਹੈ, ਤੇ ਇੱਕ ਰਾਤ ਜ਼ਿੰਦਗੀ ਦੀ ਕੱਟ ਕੇ ਆਪਾਂ ਇੱਥੋਂ ਚਲੇ ਜਾਣਾ ਹੈ। ਫਿਰ ਕਿਉਂ ਕਿਸੇ ਦਾ ਮਾੜਾ ਕਰੀਏ? ਕਿਉਂ ਕਿਸੇ ਦਾ ਬੁਰਾ ਕਰੀਏ? ਨਹੀਂ ਕਰਨਾ। ਨਾ ਕੋਈ ਮੇਰਾ, ਜਦੋਂ ਕੋਈ ਮੇਰਾ ਨਹੀਂ ਹੈ ਮਾਨਸਿਕ ਤੌਰ ਤੇ, ਹਉ ਕਿਸ ਕੇਰਾ, ਤੇ ਮੈਂ ਫਿਰ ਕਿਹਦਾ ਹੋ ਸਕਦਾ? ਪਰ ਹੁਣ ਅਗਲੀ ਗੱਲ ਸਮਝਣੀ ਹੈ, ਹਰ ਬਿਨ ਰਹਿਣ ਨਾ ਜਾਏ। ਜਿਹੜਾ ਮੇਰਾ ਹੈ, ਜਿਸ ਦਾ ਮੈਂ ਹਾਂ, ਉਸ ਤੋਂ ਬਿਨਾਂ ਹੁਣ ਰਿਹਾ ਨਹੀਂ ਜਾ ਸਕਦਾ। ਕਿਉਂਕਿ ਸੰਗਤ ਵਿੱਚ ਆ ਕੇ ਬੈਠ ਕੇ ਇਹ ਸਮਝ ਆ ਗਈ ਏ ਕਿ ਇਸ ਦੁਨੀਆ ਵਿੱਚ ਮੇਰਾ ਕੋਈ ਨਹੀਂ, ਮੈਂ ਕਿਸੇ ਦਾ ਨਹੀਂ, ਲੇਕਿਨ ਇੱਕ ਇਹੋ ਜਿਹੀ ਸ਼ਕਤੀ ਏ ਜਿਹਦਾ ਮੈਂ ਹਾਂ, ਤੇ ਜਿਹੜੀ ਸ਼ਕਤੀ ਮੇਰੀ ਹੈ ਉਸ ਨੂੰ ਪਰਮਾਤਮਾ ਆਖਦੇ ਨੇ, ਉਸ ਨੂੰ ਰੱਬ ਵਾਹਿਗੁਰੂ ਆਖਦੇ ਨੇ। ਵੈਸੇ ਗੁਰਮਤਿ ਦਾ ਮੰਨਣਾ ਹੈ ਕਿ ਉਹਦਾ ਕੋਈ ਨਾਂ ਨਹੀਂ, ਉਹ ਇੱਕ ਸ਼ਕਤੀ ਹੈ ਪੂਰਿਆਂ ਬ੍ਰਹਿਮੰਡਾਂ ਵਿੱਚ ਸਮਾਈ ਹੋਈ। ਉਸ ਸ਼ਕਤੀ ਨੂੰ ਯਾਦ ਕਰਨ ਵਾਸਤੇ ਮਹਾਂਪੁਰਸ਼ਾਂ ਨੇ, ਗੁਰੂਆਂ ਨੇ ਉਹਦੇ ਕਰਮ ਵੇਖ ਕੇ ਕੁਝ ਇਸ ਤਰ੍ਹਾਂ ਦੇ ਨਾਂ ਉਹਦੇ ਰੱਖੇ ਹੋਏ ਨੇ। ਸੋ ਉਹਨਾਂ ਨਾਵਾਂ ਨਾਲ ਆਪਾਂ ਉਸ ਮਾਲਕ ਨੂੰ ਯਾਦ ਕਰਦੇ ਹਾਂ। ਉਹਦੇ ਤੋਂ ਬਿਨਾਂ ਗੁਰੂ ਜੀ ਆਖਦੇ ਨੇ ਹੁਣ ਰਿਹਾ ਨਹੀਂ ਜਾਂਦਾ, ਕਿਉਂਕਿ ਸਮਝ ਜੂ ਆ ਗਈ ਹੈ ਕਿ ਹੋਰ ਕੋਈ ਸੰਸਾਰ ਵਿੱਚ ਮੇਰਾ ਹੈ ਹੀ ਨਹੀਂ। ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਲਿਖੇ ਨੇ, ਕੋਏ ਨਾ ਕਿਸ ਹੀ ਸੰਗ ਕਾਹੇ ਗਰਬੀ ਹੈ। ਗਰਬੀ ਹੈ ਦਾ ਮਤਲਬ ਹੈ ਕਿਉਂ ਹੰਕਾਰ ਕਰੀਏ? ਜਦੋਂ ਕੋਈ ਨਾ ਕਿਸੇ ਹੀ ਸੰਗ, ਨਾ ਕਿਸੇ ਦੇ ਸੰਗ ਕੋਈ ਆਇਆ ਹੈ, ਨਾ ਕਿਸੇ ਦੇ ਨਾਲ ਕਿਸੇ ਨੇ ਜਾਣਾ ਹੈ, ਤੇ ਫਿਰ ਹੰਕਾਰ ਕਿਹੜੀ ਗੱਲ ਦਾ ਕਰਦੇ ਆ? ਮੇਰਾ ਐਡਾ ਵੱਡਾ ਪਰਿਵਾਰ, ਮੇਰੇ ਕੋਲ ਇੰਨੀ ਜਾਇਦਾਦ, ਇੰਨਾ ਮੇਰਾ ਰੁਪਈਆ ਪੈਸਾ ਧਨ ਪਦਾਰਥ, ਵੱਡੇ ਵੱਡੇ ਅਹੁਦਿਆਂ 'ਤੇ ਰਹਿਣ ਵਾਲੇ ਲੋਕ ਮੈਨੂੰ ਜਾਣਦੇ ਨੇ। ਇਹ ਕਿਉਂ ਹੰਕਾਰ ਕਰੀਏ ਜਦੋਂ ਕੋਈ ਕਿਸੇ ਦਾ ਸਾਥੀ ਇੱਥੇ ਹੈ ਹੀ ਨਹੀਂ ਸਰੀਰ ਕਰਕੇ? ਏਕ ਨਾਮ ਆਧਾਰ ਭੌਜਲ ਤਰਬੀਐ। ਤਰਬੀਐ ਦਾ ਮਤਲਬ ਤਰ ਜਾਈਦਾ ਹੈ। ਜੇ ਅਸੀਂ ਇੱਕ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਈਏ, ਆਧਾਰ ਮੈਨੇ ਆਸਰਾ ਹੈ, ਜੇ ਅਸੀਂ ਪਰਮਾਤਮਾ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾ ਲਈਏ, ਫਿਰ ਅਸੀਂ ਇਸ ਸੰਸਾਰ ਸਾਗਰ ਤੋਂ ਪਾਰ ਲੰਘ ਸਕਦੇ ਹਾਂ। ਸੰਸਾਰ ਸਾਗਰ ਦਾ ਮਤਲਬ ਹੁੰਦਾ ਜੀ ਜਨਮ ਤੇ ਮਰਨ ਦਾ ਗੇੜ ਜਿਹੜਾ ਹੈ। ਇਹ ਜਿਹੜੀ ਮਾਇਆ ਦੀ ਪਕੜ ਵਿੱਚ ਅਸੀਂ ਗਰਸੇ ਹੋਏ ਹਾਂ, ਪਕੜੇ ਹੋਏ ਹਾਂ, ਪਕੜੀਚੇ ਹੋਏ ਹਾਂ, ਉਹ ਫਿਰ ਬੰਧਨ ਟੁੱਟ ਜਾਂਦੇ ਨੇ ਤੇ ਫਿਰ ਬੰਦਾ ਆਜ਼ਾਦ ਹੋ ਜਾਂਦਾ। ਇਸ ਨੂੰ ਭੌਜਲ ਤਰਨਾ ਆਖਦੇ ਨੇ। ਗੁਰੂ ਸਾਹਿਬ ਆਖਦੇ ਨੇ ਅਸੀਂ ਇੱਕ ਪਰਮੇਸ਼ਵਰ ਦੇ ਨਾਮ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾ ਲਈਏ, ਆਸਰਾ ਬਣਾ ਲਈਏ। ਅਗਲਾ ਗੁਰੂ ਸਾਹਿਬ ਜੀ ਦਾ ਬਚਨ ਹੈ, ਅਖੀਰਲਾ ਬਚਨ ਇਸ ਸ਼ਲੋਕ ਦੇ ਅੰਦਰ ਜਾਂ ਇਸ ਪੌੜੀ ਦੇ ਅੰਦਰ। ਤੁਸੀਂ ਕਦੀ ਇਸ ਨੂੰ 12 ਮਾਹਾਂ ਨੂੰ ਜੀ ਪੜ੍ਹ ਕੇ ਵੇਖਣਾ, ਬੜਾ ਤੁਹਾਨੂੰ ਆਨੰਦ ਆਏਗਾ। ਇਹਦੀਆਂ 17 ਪੌੜੀਆਂ ਨੇ, 12 ਮਹੀਨੇ, 4 ਭੂਮਿਕਾ ਦੀਆਂ ਪੌੜੀਆਂ ਤੇ ਇੱਕ ਅੰਤਲੀ ਪੌੜੀ ਜਿਹਨੂੰ ਕਨਕਲੂਜ਼ਨ ਆਪਾਂ ਕਹਿੰਦੇ ਆ। ਇਹ 17 ਪੌੜੀਆਂ ਨੇ ਔਰ 17 ਪੌੜੀਆਂ ਦੀਆਂ ਪੂਰੀਆਂ 6-6 ਪੰਕਤੀਆਂ ਨੇ। ਮੈਂ ਕਈ ਵਾਰੀ ਸੋਚਦਾ ਹੁੰਨਾ ਕਿ ਗੁਰੂ ਮਹਾਰਾਜ ਕਿੰਨੇ ਵੱਡੇ ਮਹਾਨ ਕਵੀ ਵੀ ਸਨ। ਗੁਰੂ ਤੇ ਸਨ ਹੀ, ਉਹ ਰੱਬ ਵਿੱਚ ਤੇ ਸਮਾਏ ਹੀ ਹੋਏ ਸਨ, ਪਰ ਉਹਨਾਂ ਦੀ ਕਵਿਤਾ, ਉਹਨਾਂ ਦੀ ਲਿਖਣ ਸ਼ੈਲੀ ਕਿੰਨੀ ਅਦਭੁਤ ਕਿਸਮ ਦੀ ਹੈ, ਅਨੋਖੀ ਕਿਸਮ ਦੀ ਹੈ। ਸੁਖਮਨੀ ਸਾਹਿਬ ਪੜ੍ਹ ਕੇ ਵੇਖੋ, ਅਸ਼ਟਪਦੀਆਂ ਨੇ, ਕਿਤੇ ਕੀ ਮਜਾਲ, ਇੱਕ ਅੱਖਰ ਦਾ ਵੀ ਫਰਕ ਪੈਂਦਾ ਹੋਵੇ ਪੂਰੀ 24 ਅਸ਼ਟਪਦੀਆਂ ਵਿੱਚ।
ਇੱਕੋ ਜਿਹੀਆਂ ਪੰਗਤੀਆਂ, ਇੱਕੋ ਜਿੰਨੇ ਅੱਖਰ, ਕੋਈ ਫਰਕ ਨਹੀਂ ਆਉਣ ਦਿੱਤਾ ਉਹਨਾਂ ਨੇ। ਕਿਆ ਕਵਿਤਾ ਦੀ ਰਚਨਾ ਹੈ, ਕਮਾਲ ਹੋ ਗਈ। ਇਸ 17 ਪੌੜੀਆਂ ਵਿੱਚ ਪੂਰੀਆਂ 6-6 ਪੰਗਤੀਆਂ ਗੁਰੂ ਮਹਾਰਾਜ ਨੇ ਜਿਵੇਂ ਹੀਰੇ ਜੜੇ ਹੁੰਦੇ ਨੇ, ਹੀਰਿਆਂ ਦੀ ਜਿਵੇਂ ਮਾਲਾ ਪਰੋਈ ਹੁੰਦੀ ਏ, ਇਸ ਤਰ੍ਹਾਂ ਅੱਖਰ ਪਰੋਏ ਹੋਏ ਨੇ। ਹੁਣ ਕੀ ਆਖਦੇ ਨੇ ਅਖੀਰ ਵਿੱਚ? ਓਟ ਗਹੀ ਹਰ ਚਰਨ ਨਿਵਾਸੇ ਭਏ ਪਵਿੱਤਰ ਸਰੀਰਾ। ਅਸੀਂ ਆਪਣੇ ਸਰੀਰ ਨੂੰ ਪਵਿੱਤਰ ਕਰਨ ਲਈ ਤੀਰਥਾਂ ਵਿੱਚ ਨਹਾਉਂਦੇ ਹਾਂ। ਕੋਈ ਗੰਗਾ 'ਤੇ ਜਾਂਦਾ ਹੈ, ਕੋਈ ਗੋਦਾਵਰੀ 'ਚ ਨਹਾਉਂਦਾ ਹੈ, ਕੋਈ ਹਰਿਮੰਦਰ ਸਾਹਿਬ ਜਾ ਕੇ ਨਹਾਉਂਦਾ ਹੈ, ਕੋਈ ਪਟਨਾ ਸਾਹਿਬ, ਕੋਈ ਹਜ਼ੂਰ ਸਾਹਿਬ, ਕੋਈ ਕਿਤੇ। ਪਰ ਗੁਰੂ ਮਹਾਰਾਜ ਆਖਦੇ ਨੇ ਇਸ ਤਰ੍ਹਾਂ ਪਵਿੱਤਰਤਾ ਨਹੀਂ ਆਉਣ ਵਾਲੀ। ਪਵਿੱਤਰਤਾ ਕਿਵੇਂ ਆਉਣੀ ਹੈ? ਓਟ ਗਹੀ ਹਰ ਚਰਨ ਨਿਵਾਸੇ। ਜਦੋਂ ਅਸੀਂ ਉਸ ਪਰਮਾਤਮਾ ਦਾ ਸਹਾਰਾ ਤੱਕਿਆ, ਜਦੋਂ ਅਸੀਂ ਉਹਦਾ ਆਸਰਾ ਲਿਆ। ਇੱਥੇ ਵੈਸੇ ਗੁਰੂ ਜੀ ਨੇ ਆਪਣੀ ਗੱਲ ਕੀਤੀ, ਉਹਨਾਂ ਨੇ ਆਪਣੀ, ਉਹ ਕਹਿੰਦੇ ਨੇ ਮੇਰੇ ਮਨ ਨੇ ਹੁਣ ਵਾਹਿਗੁਰੂ ਜੀ ਦਾ ਆਸਰਾ ਲੈ ਲਿਆ। ਹਰ ਚਰਨ ਨਿਵਾਸੇ, ਵਾਹਿਗੁਰੂ ਜੀ ਦੇ ਪਵਿੱਤਰ ਚਰਨਾਂ ਦਾ ਮੇਰੇ ਮਨ ਵਿੱਚ ਨਿਵਾਸ ਹੋ ਗਿਆ। ਤੇ ਗੁਰੂ ਜੀ ਨੂੰ ਪੁੱਛੀਏ ਵੀ ਤੁਸੀਂ ਤੇ ਕਹਿੰਦੇ ਰਹਿੰਦੇ ਹੋ ਕਿ ਉਹਦਾ ਸਰੀਰ ਹੀ ਕੋਈ ਨਹੀਂ ਗਾ, ਤੇ ਉਹਦੇ ਚਰਨਾਂ ਦਾ ਤੁਹਾਡੇ ਮਨ 'ਚ ਨਿਵਾਸ ਕਿਵੇਂ ਹੋ ਗਿਆ? ਫਿਰ ਉਹ ਕਹਿ ਦਿੰਦੇ ਨੇ ਆਪਾਂ ਨੂੰ, ਨਹੀਂ, ਉਹਦੇ ਚਰਨ ਜਿਹੜੇ ਨੇ ਉਹਦਾ ਸ਼ਬਦ ਹੀ ਹੈ। ਉਹਦੇ ਸ਼ਬਦ ਨੂੰ ਹੀ ਮੈਂ ਉਸਦੇ ਚਰਨ ਆਖਦਾ ਹਾਂ, ਉਸ ਦੀ ਯਾਦ ਨੂੰ ਹੀ ਮੈਂ ਉਸਦੇ ਚਰਨ ਆਖਦਾ ਹਾਂ। ਓਟ ਗਹੀ, ਮੇਰੇ ਮਨ ਨੇ ਉਸ ਦਾ ਸਹਾਰਾ ਲੈ ਲਿਆ। ਉਸ ਦੇ ਪਵਿੱਤਰ ਚਰਨ ਕਮਲ ਮੇਰੇ ਮਨ ਵਿੱਚ ਵਸ ਗਏ, ਜਿਸ ਕਰਕੇ ਭਏ ਪਵਿੱਤਰ ਸਰੀਰਾ, ਮੇਰਾ ਸਰੀਰ ਹੁਣ ਪਵਿੱਤਰ ਹੋ ਗਿਆ। ਹੁਣ ਪਵਿੱਤਰ ਤੋਂ ਮਤਲਬ ਕੀ ਹੈ? ਕਿ ਹੁਣ ਮੈਂ ਕਦੀ ਕਿਸੇ ਲਈ ਮਾੜਾ ਨਹੀਂ ਸੋਚਦਾ, ਮਾੜਾ ਫੁਰਨਾ ਮੇਰੇ ਅੰਦਰ ਨਹੀਂ ਉੱਠਦਾ, ਕਿਸੇ ਦਾ ਮੈਂ ਬੁਰਾ ਨਹੀਂ ਕਰਦਾ। ਗੁਰੂ ਜੀ ਨੇ ਆਖਿਆ ਨਾ, ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕੋ ਦੁੱਖ ਨਹੀਂ ਪਾਈ ਮੀਤ। ਸਾਨੂੰ ਦੁੱਖ ਕਿਉਂ ਲੱਗੇ ਨੇ? ਅਸੀਂ ਸੱਚੀ ਪਰਾਇਆ ਬੁਰਾ ਚਿਤਵਦੇ ਹਾਂ, ਤੁਸੀਂ ਮੰਨੋ ਜਾਂ ਨਾ ਮੰਨੋ। ਇਹ ਗੱਲ ਇਸੇ ਤਰ੍ਹਾਂ ਹੀ ਦਰੁਸਤ ਹੈ ਗੱਲ। ਸਾਰੇ ਨਹੀਂ, ਪਰ ਕੋਈ ਵਿਰਲਾ ਬਚਿਆ ਹੋਣਾ ਹੈ, ਨਹੀਂ ਤੇ ਅਸੀਂ ਇਸ ਤਰ੍ਹਾਂ ਦੇ ਹੀ ਲੋਕ ਹਾਂ। ਕਿਉਂਕਿ ਸਾਡੇ 'ਤੇ ਮਾਇਆ ਦਾ ਪ੍ਰਭਾਵ ਹੈ, ਇਸ ਕਰਕੇ ਅਸੀਂ ਬੁਰਾ ਚਿਤਵਦੇ ਹੀ ਹਾਂ। ਇਹ ਗੱਲ ਆਪਾਂ ਨੂੰ ਮੰਨ ਲੈਣੀ ਚਾਹੀਦੀ ਹੈ। ਲੇਕਿਨ ਹੁਣ ਅਸੀਂ ਚਿਤਵਨਾ ਬੰਦ ਕਰਨਾ। ਸਾਧ ਸੰਗਤ ਵਿੱਚ ਆਉਣ ਦਾ ਹੋਰ ਫਾਇਦਾ ਕੀ ਹੈ, ਹੋਰ ਲਾਭ ਕੀ ਹੈ? ਫਿਰ ਸਾਡਾ ਸਰੀਰ ਪਵਿੱਤਰ ਹੋ ਜਾਏਗਾ, ਰੱਬ ਦੇ ਵਸਣ ਯੋਗ ਹੋ ਜਾਏਗਾ। ਗੁਰੂ ਮਹਾਰਾਜ ਜੀ ਨੇ ਅਖੀਰਲੀ ਪੰਕਤੀ ਵਿੱਚ ਆਖਿਆ, ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੈ, ਗੁਰ ਸ਼ਬਦੀ ਮਨ ਧੀਰਾ। ਹੁਣ ਮੇਰਾ ਮਨ ਗੁਰੂ ਦੇ ਸ਼ਬਦ ਦੁਆਰਾ, ਗੁਰੂ ਦੀ ਸਿੱਖਿਆ ਦੁਆਰਾ, ਗੁਰੂ ਪਰਮੇਸ਼ਵਰ ਦੇ ਨਾਮ ਜਪ ਦੁਆਰਾ ਮੇਰਾ ਮਨ ਧੀਰਜਵਾਨ ਹੋ ਗਿਆ। ਹੁਣ ਛੋਟੀ ਛੋਟੀ ਗੱਲ ਤੋਂ ਇਹ ਤੜਫਦਾ ਨਹੀਂ, ਛੋਟੀ ਛੋਟੀ ਗੱਲ ਨੂੰ ਸਹਿਣ ਦਾ ਆਦੀ ਹੋ ਗਿਆ, ਧੀਰਜਵਾਨ ਹੋ ਗਿਆ। ਕੋਈ ਨੁਕਸਾਨ ਹੋ ਜਾਏ ਤਾਂ ਵੀ ਵਾਹਿਗੁਰੂ ਦਾ ਸ਼ੁਕਰ, ਲਾਭ ਹੋ ਜਾਏ ਤਾਂ ਵੀ ਵਾਹਿਗੁਰੂ ਜੀ ਦਾ ਸ਼ੁਕਰ। ਇਹ ਹੈ ਧੀਰਜਵਾਨ ਹੋਣਾ, ਹੌਸਲੇ ਵਾਲੇ ਹੋਣਾ। ਛੋਟੀ ਛੋਟੀ ਗੱਲ 'ਤੇ ਆਪਣੇ ਧੀਰਜ ਨੂੰ ਗਵਾ ਨਾ ਬੈਠਣਾ। ਗੁਰੂ ਦੇ ਸ਼ਬਦ ਰਾਹੀਂ ਦ੍ਰਿਸ਼ਟ ਦੀਰਘ, ਦੀਰਘ ਦ੍ਰਿਸ਼ਟੀ ਤੋਂ ਮਤਲਬ ਹੈ ਲੰਮੀ ਸੋਚ। ਲੰਮੀ ਸੋਚ ਦਾ ਮਤਲਬ ਇਹ ਨਹੀਂ ਕਿ ਅਸੀਂ ਹੁਣ ਇਹ ਸੋਚਣਾ ਸ਼ੁਰੂ ਕਰ ਦਈਏ ਕਿ ਅਗਲੇ ਸਾਲ ਕਿੰਨੇ ਪੈਸੇ ਬਣਾਉਣੇ ਨੇ, ਉਦੋਂ ਅਗਲੇ ਸਾਲ ਕਿੰਨੇ ਬਣਾਉਣੇ ਨੇ, ਵੀ ਅਸੀਂ ਲੰਮਾ ਜੋ ਸੋਚਣਾ। ਗੁਰੂ ਜੀ ਨੇ ਸਾਨੂੰ ਆਖਿਆ ਹੈ, ਇਸ ਤਰ੍ਹਾਂ ਨਹੀਂ ਆਖਿਆ ਗੁਰੂ ਜੀ ਨੇ। ਗੁਰੂ ਜੀ ਨੇ ਆਖਿਆ ਲੰਮੀ ਸੋਚ ਤੁਹਾਡੀ ਇਹ ਹੋਣੀ ਚਾਹੀਦੀ ਹੈ ਕਿ ਸਾਡੇ ਜੀਵਨ ਦਾ ਮਕਸਦ ਕੀ ਹੈ, ਕੀ ਮੈਂ ਇਸ ਨੂੰ ਪੂਰੇ ਕਰਨ ਦਾ ਕੋਈ ਆਹਰ ਕਰਦਾ ਪਿਆ ਉਸ ਮਕਸਦ ਨੂੰ, ਜੋ ਵੀ ਮੇਰੇ ਜੀਵਨ ਦਾ ਮਕਸਦ ਹੈ। ਤੇ ਮਕਸਦ ਗੁਰੂ ਜੀ ਨੇ ਸਪਸ਼ਟ ਕੀਤਾ ਹੋਇਆ ਹੈ, ਰੱਬ ਵਿੱਚ ਅਭੇਦ ਹੋਣਾ। ਇਹ ਮਕਸਦ ਹੈ ਜੀ ਸਾਡੇ ਜੀਵਨ ਦਾ। ਤੇ ਕੀ ਅਸੀਂ ਉਹਦੇ ਲਈ ਯਤਨਸ਼ੀਲ ਹਾਂ? ਕਿ ਉਹਦੇ ਲਈ ਅਸੀਂ ਕੁਝ ਕਰਦੇ ਹਾਂ?
ਆਹ ਹੈ ਦੀਰਘ ਦ੍ਰਿਸ਼ਟੀ। ਤੁਸੀਂ ਸਾਰਿਆਂ ਨੇ ਪੜ੍ਹਿਆ ਹੋਣਾ ਹੈ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਇਤਿਹਾਸ ਵਿੱਚ ਭਾਈ ਜੋਧ ਹੋਏ ਨੇ ਇੱਕ, ਗੁਰੂ ਨਾਨਕ ਸਾਹਿਬ ਦੇ ਭਲੇ ਸਿੱਖ ਸਨ। ਉਹ ਖਡੂਰ ਸਾਹਿਬ ਦੇ ਨਿਵਾਸੀ ਸਨ। ਗੁਰੂ ਨਾਨਕ ਸਾਹਿਬ ਦੀ ਜਿਹੜੀ ਆਸਾ ਕੀ ਵਾਰ ਹੈ ਨਾ, ਉਦੋਂ ਪੌੜੀਆਂ ਦੇ ਰੂਪ ਵਿੱਚ ਸੀ। ਜਿਹੜੇ ਉਹ ਸੰਤ ਨੇ ਇਹ ਉਹਦੇ ਵਿੱਚ ਨਹੀਂ ਸਨ, ਹੁਣ ਵੀ ਨਹੀਂ ਹਨ, ਲੇਕਿਨ ਇਹਦੇ ਵਿੱਚ ਸ਼ਲੋਕ ਜਿਹੜੇ ਨੇ ਉਹ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕਰਵਾਏ ਸਨ। ਪਹਿਲਾਂ ਇਹ ਕੇਵਲ ਪੌੜੀਆਂ ਹੀ ਸਨ 24, ਅਤੇ ਉਹ ਇਹਨਾਂ 24 ਪੌੜੀਆਂ ਦਾ ਰੋਜ਼ ਪਾਠ ਕਰਦਾ ਹੁੰਦਾ ਸੀ। ਇੱਕ ਦਿਨ ਉਹ ਅੰਮ੍ਰਿਤ ਵੇਲੇ ਉੱਠਿਆ, ਬਾਹਰ ਖੇਤਾਂ ਨੂੰ ਗਿਆ, ਅਤੇ ਨਾਲ ਉਹ ਆਸਾ ਦੀ ਵਾਰ ਦੀਆਂ ਜਿਹੜੀਆਂ ਪੌੜੀਆਂ ਨੇ ਇਹਨਾਂ ਦਾ ਪਾਠ ਕਰ ਰਿਹਾ। ਉਸ ਪਾਠ ਨੂੰ ਉਦੋਂ ਗੁਰੂ ਤੇ ਨਹੀਂ ਬਣੇ ਅੰਗਦ ਜੀ, ਉਹ ਵੀ ਕਿਤੇ ਬਾਹਰ ਇਸ਼ਨਾਨ ਪਾਣੀ ਕਰਨ ਲਈ ਗਏ ਹੋਏ ਸਨ, ਅਤੇ ਉਹ ਭਾਈ ਜੋਧ ਪਾਠ ਕਰਦਾ ਕਰਦਾ ਕੋਲੋਂ ਲੰਘਿਆ, ਪਾਠ ਸੁਣਿਆ। ਉਸ ਪਾਠ ਦੇ ਜਿਹੜੇ ਸ਼ਬਦ ਨੇ ਉਹ 21ਵੀਂ ਪੌੜੀ ਤੁਸੀਂ ਪੂਰੀ ਪੜ੍ਹਨਾ। ਜਿਹੜੀ ਚੀਜ਼ ਉਹਨੂੰ ਟੁੰਬ ਗਈ ਉਹ ਇਹ ਸੀ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਦ੍ਰਿਸ਼ਟ ਦੀਰਘ, ਦੀਰਘ ਦ੍ਰਿਸ਼ਟੀ ਕੀ ਹੈ? ਲੰਮੀ ਨਦਰ। ਕਰਨਾ ਕੀ ਹੈ? ਲੰਮੀ ਨਦਰ ਨਾਲ ਵੇਖਣਾ ਕੀ ਅਸੀਂ ਆਪਣੇ ਜੀਵਨ ਵਿੱਚ? ਮੰਦਾ ਮੂਲ ਨਾ ਕੀਚਈ, ਕਿਸੇ ਦਾ ਬੁਰਾ ਨਹੀਂ ਕਰਨਾ, ਕਿਸੇ ਦਾ ਮੰਦਾ ਨਹੀਂ ਚਿਤਵਨਾ। ਦੇ ਲੰਮੀ ਨਦਰ ਨਿਹਾਲੀ ਹੈ, ਲੰਮੀ ਨਿਗਾਹ ਨਾਲ ਵੇਖਣਾ ਚਾਹੀਦਾ ਹੈ ਕਿ ਜਿਹੜੀ ਮੈਂ ਪਿੱਛੇ ਜ਼ਿੰਦਗੀ ਬਿਤਾਈ ਹੈ ਉਹਦੇ ਵਿੱਚ ਭਲਾ ਮੈਂ ਕੀ ਕੁਝ ਕੀਤਾ ਹੈ, ਕਿੰਨਿਆਂ ਕੁ ਦਾ ਬੁਰਾ ਕੀਤਾ, ਕਿੰਨਿਆਂ ਕੁ ਦਾ ਭਲਾ ਕੀਤਾ, ਕਿੰਨਿਆਂ ਕੁ ਨੂੰ ਮੈਂ ਵਿਚਕਾਰ ਜਾ ਰੱਖਿਆ, ਇਹ ਸਭ ਵੇਖਣਾ ਹੈ। ਜਦੋਂ ਗੁਰਮੁਖ ਪਿਆਰੇ, ਰੱਬ ਦੀ ਭਗਤੀ ਵਾਲੇ, ਅਧਿਆਤਮਵਾਦੀ ਲੋਕ ਆਖਦੇ ਨੇ ਨਾ, ਆਪਣੇ ਅੰਦਰ ਉਤਰੋ, ਅਤੇ ਅੰਦਰ ਕੋਈ ਇਹ ਨਹੀਂ ਵੀ ਖੂਹ 'ਚ ਉਤਰਨਾ ਅਸੀਂ ਪੌੜੀ ਲਾ ਕੇ। ਅੰਦਰ ਉਤਰਨ ਤੋਂ ਭਾਵ ਹੀ ਇਹ ਕਿ ਆਪਣੇ ਅੰਦਰ ਨਿਗਾਹ ਮਾਰੋ, ਅਸੀਂ ਕੀ ਕੁਝ ਕੀਤਾ ਹੈ, ਅਤੇ ਜੋ ਭਲਾ ਕੀਤਾ ਪਹਿਲੀ ਸਮੇਂ ਵਿੱਚ ਉਹ ਅਸੀਂ ਦੁਬਾਰਾ ਫਿਰ ਕਰਨਾ ਹੈ। ਅਤੇ ਜੇ ਜਾਣੇ ਅਣਜਾਣੇ ਸਾਡੇ ਤੋਂ ਕੁਛ ਮਾੜਾ ਹੋ ਗਿਆ ਹੈ ਅਤੇ ਉਹ ਦੁਬਾਰਾ ਕਦੇ ਨਹੀਂ ਕਰਨਾ, ਤੌਬਾ ਕਰਨਾ ਕਿ ਉਹ ਕੰਮ ਅਸੀਂ ਫਿਰ ਕਦੀ ਨਾ ਕਰੀਏ, ਅਤੇ ਅੱਜ ਤੋਂ ਪ੍ਰਭੂ ਦੀ ਭਗਤੀ ਵਿੱਚ ਜੁੜਨਾ। ਇਹ ਹੈ ਲੰਮੀ ਨਦਰ ਨਾਲ ਨਿਹਾਲਣਾ। ਕੀ ਕਰੀਏ? ਜਿਉਂ ਸਾਹਿਬ ਨਾਲ ਨਾ ਹਾਰੀਏ ਤੇ ਵੇਹਾ ਪਾਸਾ ਢਾਲੀਏ। ਪਾਸਾ ਢਾਲਣ ਤੋਂ ਮਤਲਬ ਹੁੰਦਾ ਜਿਹੜੀ ਉਹ ਸ਼ਤਰੰਜ ਦੀ ਖੇਡ ਏ, ਉਹਨੂੰ ਇਸ ਢੰਗ ਨਾਲ ਖੇਡੀਏ, ਭਾਵ ਜੀਵਨ ਰੂਪ ਖੇਡ ਨੂੰ ਇਸ ਢੰਗ ਨਾਲ ਖੇਡੀਏ ਕਿ ਸਾਡੀ ਮਾਲਕ ਨਾਲੋਂ ਹਾਰ ਨਾ ਹੋ ਜਾਏ। ਅਸੀਂ ਜੀਵਨ ਦੀ ਬਾਜ਼ੀ ਨੂੰ ਜਿੱਤ ਕੇ ਮਾਲਕ ਦੇ ਘਰ ਪਹੁੰਚੀਏ। ਕਿਛ ਲਾਹੇ ਉੱਪਰ ਕਾਲੀ ਹੈ। ਸਾਨੂੰ ਚਾਹੀਦਾ ਹੈ ਅਸੀਂ ਕੁਝ ਲਾਹੇ ਦੇ ਵਾਸਤੇ ਜ਼ਿੰਦਗੀ ਦੇ ਵਿੱਚ ਯਤਨਸ਼ੀਲ ਹੋਈਏ। ਇਹ ਬਚਨ ਜਿਹੜੇ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਸੁਣੇ ਭਾਈ ਜੋਧ ਜੀ ਕੋਲੋਂ। ਅੰਦਰ ਗੱਲ ਬੈਠ ਗਈ ਕਿ ਭਾਈ ਜੋਧ ਕਹਿ ਰਿਹਾ ਕਿ ਲੰਮੀ ਨਜ਼ਰ ਨਾਲ ਵੇਖੋ, ਦੂਰ ਦ੍ਰਿਸ਼ਟੀ ਨਾਲ ਵੇਖੋ, ਦਿਵ ਦ੍ਰਿਸ਼ਟੀ ਖੋਲ੍ਹੋ, ਉਹਦੇ ਨਾਲ ਵੇਖੋ। ਵੈਸੇ ਇਹ ਦਿਵ ਦ੍ਰਿਸ਼ਟੀ ਸਾਡੇ ਖੋਲ੍ਹਿਆ ਨਹੀਂ ਖੁੱਲ੍ਹਣੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਦਿਵ ਦ੍ਰਿਸ਼ਟ ਦਾ ਮਤਲਬ ਹੁੰਦਾ ਜੀ ਦਿਵਯ ਦ੍ਰਿਸ਼ਟੀ, ਪਰਮਾਤਮਾ ਵਾਲੀ ਦ੍ਰਿਸ਼ਟੀ। ਵੈਸੇ ਜਿਹਦੇ ਨਾਲ ਅਸੀਂ ਹੁਣ ਵੇਖਦੇ ਹਾਂ ਵੀ ਸਾਨੂੰ ਪਰਮਾਤਮਾ ਨੇ ਦਿੱਤੀ ਹੈ, ਪਰ ਇਹ ਦਿਵ ਦ੍ਰਿਸ਼ਟੀ ਨਹੀਂ ਹੈ। ਇਹਦੇ ਨਾਲ ਅਸੀਂ ਬੁਰਾ ਭਲਾ ਹਰ ਤਰ੍ਹਾਂ ਦਾ ਵੇਖਦੇ ਹਾਂ, ਲੇਕਿਨ ਜਦੋਂ ਦਿਵ ਦ੍ਰਿਸ਼ਟੀ ਹੁੰਦੀ ਹੈ ਫਿਰ ਰੱਬ ਤੋਂ ਬਿਨਾਂ ਕੁਝ ਹੋਰ ਨਜ਼ਰ ਹੀ ਨਹੀਂ ਆਉਂਦਾ। ਸਾਰਿਆਂ ਜੀਵਾਂ ਵਿੱਚ ਫਿਰ ਉਹ ਹੀ ਨਜ਼ਰ ਆਉਂਦਾ। ਬਸ ਇਹ ਗੱਲ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਜਦੋਂ ਸੁਣੀ ਤੇ ਮਨ ਵਿੱਚ ਵਿਚਾਰ ਕੀਤਾ ਕਿ ਜਿਸ ਮਹਾਂਪੁਰਸ਼ ਦੀ ਇਹ ਬਾਣੀ, ਭਲਾ ਉਹਦਾ ਦਰਸ਼ਨ ਤੇ ਕਰੀਏ। ਇਹ ਬਾਣੀ ਕਿਵੇਂ ਮਨ ਨੂੰ ਝੰਜੋੜ ਦੇਣ ਵਾਲੀ ਹੈ। ਭਾਵੇਂ ਸਾਨੂੰ ਨਹੀਂ ਝੰਜੋੜਦੀ, ਇਹ ਤੇ ਪੱਕੀ ਗੱਲ ਹੈ। ਸਾਨੂੰ ਵੇਖੋ, ਮੈਨੂੰ ਕਿੰਨਾ ਚਿਰ ਹੋ ਗਿਆ ਬਾਣੀ ਨੂੰ ਪੜ੍ਹਦਿਆਂ, ਅਜੇ ਝੰਜੋੜਿਆ ਨਹੀਂ ਗਿਆ ਮਨ। ਪੜ੍ਹੀ ਜਾ ਰਹੇ ਹਾਂ, ਬਸ ਜਿਵੇਂ ਇੱਕ ਰੂਟੀਨ ਜਿਹਾ ਬਣ ਗਿਆ, ਨਿਤਨੇਮ ਕਰਨਾ ਹੈ, ਪਾਠ ਕਰਨਾ ਹੈ, ਬਸ ਇਸ ਤਰ੍ਹਾਂ ਹੀ ਕਰੀ ਜਾਂਦੇ ਹਾਂ।
ਪਰ ਉਹਨੇ ਸ਼ਾਇਦ ਇਹ ਪਹਿਲੀ ਦਿਨ ਸੁਣੀ ਸੀ ਇਹ ਬਾਣੀ। ਬਸ ਉਹ ਮਨ ਨੂੰ ਐਸੀ ਲੱਗੀ ਕਿ ਜਿਸ ਮਹਾਂਪੁਰਸ਼ ਦੀ ਇਹ ਬਾਣੀ ਹੈ ਉਹਦੇ ਦਰਸ਼ਨ ਕਰਾਂ। ਭਾਈ ਜੋਧ ਨੂੰ ਪੁੱਛਿਆ ਬਈ ਇਹ ਕਿਹਦਾ ਸ਼ਬਦ ਪੜ੍ਹਦਾ ਸੈਂ ਤੂੰ? ਉਹਨੇ ਆਖਿਆ ਗੁਰੂ ਨਾਨਕ ਸਾਹਿਬ ਦੀ ਬਾਣੀ। ਬਸ ਫਿਰ ਭਾਈ ਲਹਿਣਾ ਜੀ ਚਲੇ ਗਏ ਸਨ ਕਰਤਾਰਪੁਰ। 7 ਵਰ੍ਹੇ ਰਾਤ ਦਿਨ ਕਰਕੇ ਸੇਵਾ ਕੀਤੀ ਔਰ ਉਹਨਾਂ ਦੇ ਅੰਦਰ ਹੁਕਮ ਮੰਨਣ ਦੀ ਇੰਨੀ ਦ੍ਰਿੜਤਾ ਸੀ ਕਿ ਕੀ ਮਜਾਲ ਏ ਇੱਕ ਕਦਮ ਵੀ ਇੱਧਰ ਤੋਂ ਇੱਧਰ ਹੋ ਜਾਣ। ਗੁਰੂ ਨਾਨਕ ਸਾਹਿਬ ਦੇ ਮੁਖੋਂ ਨਿਕਲਿਆ ਬਚਨ ਉਸੇ ਤਰ੍ਹਾਂ ਹੀ ਉਹਨਾਂ ਨੂੰ ਪ੍ਰਵਾਨ ਸੀ ਜਿਵੇਂ ਉਹ ਸੀ। ਗੁਰੂ ਜੀ ਇੱਕ ਦਿਨ ਆਖਦੇ ਨੇ, ਭਾਈ ਲਹਿਣਾ ਤੂੰ ਜਾ ਘਰ ਜਾਇਆ, ਤੂੰ ਗ੍ਰਸਤੀ ਬੰਦਾ ਹੈ, ਬੱਚੇ ਨੇ ਤੇਰੇ, ਕਾਰੋਬਾਰ ਏ, ਇੱਕ ਵਾਰੀ ਵੇਖਿਆ ਵਾਹਵਾ ਦਿਨ ਹੋ ਗਏ ਨੇ ਤੈਨੂੰ ਆਇਆ ਇੱਥੇ ਸਾਡੇ ਕੋਲ। ਆਂਦਾ ਜੀ 7 ਬਚਨ। ਉਹ ਉੱਥੇ ਜਾ ਕੇ ਨਾ ਖਲੋ ਰਿਹਾ, ਫਿਰ ਅੱਗੇ ਨਹੀਂ ਗਿਆ। ਗੁਰੂ ਜੀ ਨੇ ਵੇਖਿਆ ਵੀ ਲਹਿਣਾ ਉਹ ਖਲੋਤਾ ਜਾਂਦਾ ਕਿਉਂ ਨਹੀਂ? ਉਹਨੂੰ ਫਿਰ ਸੱਦਿਆ, ਆਖਿਆ ਭਾਈ ਲਹਿਣਾ ਘਰ ਜਾਇਆ, ਕਾਰੋਬਾਰ ਵੇਖ, ਬੱਚਿਆਂ ਨੂੰ ਮਿਲਿਆ, ਫਿਰ ਆ ਜਾਈ। ਕਹਿੰਦਾ ਜੀ 7 ਬਚਨ। ਫਿਰ ਉਹ ਪਰਾਂ ਜਾ ਕੇ ਫਿਰ ਖਲੋ ਗਿਆ। ਤੀਜੀ ਵਾਰੀ ਫਿਰ ਸੱਦਿਆ, ਆਖਣ ਲੱਗੇ ਭਾਈ 7 ਬਚਨ ਆ ਕੇ ਚਲਾ ਜਾਂਦਾ ਪਰ ਤੂੰ ਜਾਂਦਾ ਤੇ ਨਹੀਂ। ਕਹਿੰਦਾ ਜੀ ਮੈਂ ਇਹ ਉਡੀਕਦਾ ਹਾਂ, ਤੁਸੀਂ ਇਹ ਤੇ ਕਹਿ ਰਹੇ ਹੋ ਚਲਾ ਜਾ, ਪਰਿਵਾਰ ਨੂੰ ਮਿਲ, ਪਰ ਇਹ ਤੇ ਨਹੀਂ ਕਹਿ ਰਹੇ ਕਿ ਵਾਪਸ ਆ ਜਾਈ। ਇਹ ਉਡੀਕਦਾ ਪਿਆ ਕਿ ਤੁਸੀਂ ਇਹ ਵੀ ਬਚਨ ਮੂੰਹੋਂ ਕੱਢ ਹੀ ਦਿਓ ਕਿ ਇੰਨੇ ਕੁ ਦਿਨਾਂ ਬਾਅਦ ਆ ਜਾਈ ਤੇ ਮੈਂ ਤਾਂ ਜਾਵਾਂ। ਇੰਨਾ ਆਗਿਆਕਾਰੀ ਉਹ ਪੁਰਸ਼ ਸੀ। ਇੱਕ ਇੱਕ ਬਚਨ, ਇੱਕ ਇੱਕ ਅੱਖਰ ਉਹਦੇ ਜੀਵਨ ਵਿੱਚ ਇਸ ਤਰ੍ਹਾਂ ਸੀ ਕਿ ਜਿਵੇਂ ਉਹਦਾ ਆਪਣਾ ਆਪਾ ਉਹ ਬਣ ਜਾਏ ਸ਼ਬਦ। ਫਿਰ ਉਹ 7 ਵਰ੍ਹੇ ਸੇਵਾ ਕਰਕੇ ਤੁਹਾਨੂੰ ਪਤਾ ਹੀ ਹੈ, ਫਿਰ ਉਹ ਲਹਿਣਾ ਨਹੀਂ ਰਿਹਾ। ਉਹ ਧੰਨ ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਬਣ ਗਏ। ਸੋ ਆਪਾਂ ਨਾਨਕ ਦ੍ਰਿਸ਼ਟ ਦੀਰਘ, ਲੰਮੀ ਸੋਚ, ਦੀਰਘ ਦ੍ਰਿਸ਼ਟੀ ਨਾਲ ਵੇਖਣਾ ਹੈ ਆਪਣੇ ਜੀਵਨ ਨੂੰ, ਸੁਖ ਪਾਵੈ। ਗੁਰੂ ਜੀ ਆਖਦੇ ਨੇ ਜਦੋਂ ਤੋਂ ਮੇਰਾ ਮਨ ਸਹਿਜ ਵਾਲਾ ਬਣ ਗਿਆ ਗੁਰੂ ਦੇ ਸ਼ਬਦ ਦੁਆਰਾ, ਲੰਮੀ ਸੋਚ ਮੇਰੇ ਅੰਦਰ ਫੁਰ ਪਈ ਏ, ਹੁਣ ਮੈਨੂੰ ਸਦਾ ਸਦਾ ਲਈ ਆਤਮਿਕ ਸੁਖ ਬਣਿਆ ਰਹਿੰਦਾ ਹੈ। ਹੁਣ ਮੈਨੂੰ ਕਦੀ ਦੁੱਖ ਨਹੀਂ ਆਉਂਦਾ। ਇਸ ਅੱਜ ਦੇ ਵਿਚਾਰ ਵਿੱਚੋਂ ਅਸੀਂ 4 ਚੀਜ਼ਾਂ ਪੱਲੇ ਬੰਨਣੀਆਂ ਨੇ। ਗੁਰੂ ਜੀ ਆਖਦੇ ਨੇ ਇੱਕ ਤੇ ਉਹਨੂੰ ਕਦੇ ਹੁਣ ਵਿਸਾਰਨਾ ਨਹੀਂ, ਘੜੀ ਨਾ ਵਿਸਰੈ। ਉਹਨੂੰ ਕਦੇ ਨਹੀਂ ਵਿਸਾਰਨਾ। ਸੌਂਦਿਆਂ ਜਾਗਦਿਆਂ, ਤੁਰਦਿਆਂ ਫਿਰਦਿਆਂ, ਬਹਿੰਦਿਆਂ ਉੱਠਦਿਆਂ ਉਸ ਮਾਲਕ ਨੂੰ ਯਾਦ ਰੱਖਣਾ। ਜੀਵਾਂ ਗੁਣ ਗਾਏ, ਉਹਦੀ ਸਿਫਤ ਸਲਾਹ ਕਰਕੇ ਜਿਉਣਾ ਹੈ। ਜੇ ਕਿਸੇ ਦੀ ਵਡਿਆਈ ਕਰਨੀ ਹੈ, ਸਿਫਤ ਕਰਨੀ ਹੈ, ਤੇ ਉਸ ਮਾਲਕ ਦੀ ਕਰੀਏ ਜਿਨਨੇ ਸਦਾ ਰਹਿਣਾ ਹੈ। ਬੰਦੇ ਦੀ ਸਿਫਤ ਕਰਾਂਗੇ ਉਹ ਕੱਲ੍ਹ ਨੂੰ ਮਾੜਾ ਕਰ ਲਏਗਾ ਤੇ ਫਿਰ ਉਹਦੀ ਨਿੰਦਿਆ ਵੀ ਕਰਨੀ ਪਏਗੀ। ਇਸ ਲਈ ਸਿਫਤ ਹੀ ਪਹਿਲਾਂ ਨਾ ਕਰੀਏ। ਨਾ ਕੋਈ ਮੇਰਾ ਹਉ ਕਿਸ ਕੇਰਾ, ਮੈਂ ਕਿਸੇ ਦਾ ਨਹੀਂ ਹਾਂ, ਨਾ ਕੋਈ ਮੇਰਾ ਏ। ਇਹ ਜੀਵਨ ਸਦਾ ਲਈ ਨਹੀਂ। ਜੀਵਨ ਛੱਡ ਕੇ, ਸਰੀਰ ਛੱਡ ਕੇ ਇੱਕ ਦਿਨ ਓਲੇ ਹੋ ਜਾਣਾ ਏ। ਦ੍ਰਿਸ਼ਟ ਦੀਰਘ, ਲੰਮੀ ਸੋਚ ਰੱਖਣੀ ਏ ਤੇ ਚੰਗੇ ਕਰਮ ਕਮਾਉਣੇ ਨੇ। ਅੱਜ ਦੇ ਵਿਚਾਰ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਇਹ ਬਚਨ ਸਮਝਾਏ ਨੇ। ਆਪਾਂ ਯਤਨ ਕਰੀਏ ਜੋ ਗੁਰੂ ਸਾਹਿਬ ਜੀ ਦੇ ਪਾਸੋਂ ਆਪਾਂ ਬਚਨ ਸਮਝਦੇ ਹਾਂ ਉਹਨਾਂ ਨੂੰ ਆਪਾਂ ਆਪਣੇ ਮਨ ਵਿੱਚ ਜਗ੍ਹਾ ਦਈਏ, ਮੈਂ ਵੀ ਤੇ ਤੁਸੀਂ ਵੀ। ਫਿਰ ਸਾਡਾ ਇਹ ਮਨੁੱਖਾ ਜੀਵਨ ਜ਼ਰੂਰ ਸਫਲ ਜੀਵਨ ਬਣ ਜਾਏਗਾ। ਅੱਜ ਦੀ ਵਿਚਾਰ ਤੁਸੀਂ ਬੜੇ ਪਿਆਰ ਨਾਲ ਸੁਣੀ। ਆਪ ਸਾਰੀ ਸੰਗਤ ਦਾ ਦਿਲੋਂ ਧੰਨਵਾਦੀ ਹਾਂ। ਮੇਰੇ ਪਾਸੋਂ ਗੁਰਬਾਣੀ ਦੀ ਵਿਚਾਰ ਕਰਦਿਆਂ ਬੜੀਆਂ ਭੁੱਲਾਂ ਹੁੰਦੀਆਂ ਨੇ, ਖਿਮਾ ਕਰਨਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।